ਪ੍ਰਾਊਡ ਸਿੱਖ ਐਂਟਰਪ੍ਰੈਨਿਓਰ ਦੇ ਅੱਜ ਦੇ ਸਫ਼ਰ ਵਿੱਚ ਸਾਡੇ ਨਾਲ ਹਨ ਸਰਦਾਰ ਗੁਰਵਿੰਦਰ ਸਿੰਘ ਜੀ, ਜੋ ਕਿ ਗਲੋਬਲ ਗੈਜਟਸ ਦੇ MD ਅਤੇ ਚੇਅਰਮੈਨ ਹਨ। ਗੁਰਵਿੰਦਰ ਜੀ, ਸਤਿ ਸ਼੍ਰੀ ਅਕਾਲ ਤੇ ਬਹੁਤ-ਬਹੁਤ ਸਵਾਗਤ ਤੁਹਾਡਾ। ਮੈਂ ਹੁਣੀ ਜਿਵੇਂ ਜ਼ਿਕਰ ਕੀਤਾ 4 ਕੰਪਨੀਆਂ ਤੁਸੀਂ ਹੈਡ ਕਰਦੇ ਹੋ। 4 ਕੰਪਨੀਆਂ ਹੈਡ ਕਰਨਾ ਮੈਨੂੰ ਲੱਗਦਾ ਹੈ ਪ੍ਰੈਸ਼ਰ ਵੀ ਉਹਨਾਂ 4 ਗੁਣਾ ਹੋ ਜਾਂਦਾ ਹੋਵੇਗਾ, ਤੇ ਕਿਸ ਤਰ੍ਹਾਂ ਹੈਂਡਲ ਕਰਦੇ ਹੋ, ਕਿਸ ਤਰ੍ਹਾਂ ਕੋਪ ਅਪ ਕਰਦੇ ਹੋ ਤੁਸੀਂ ਉਹਦੇ ਨਾਲ? ਅਸੀਂ ਚਾਹੁੰਦੇ ਸੀ 4 ਕੰਪਨੀਆਂ ਹੋਣ, ਆਪਣੀ ਮਰਜ਼ੀ ਨਾਲ ਹੀ ਬਣਾਈਆਂ ਨੇ। ਸੋ ਨਵੇਂ ਚੈਲੰਜ ਆਉਂਦੇ ਨੇ ਰੋਜ਼। ਪਰਮਾਤਮਾ ਆਪਣੇ ਆਪ ਹਿੰਮਤ ਵੀ ਦਿੰਦਾ ਹੈ, ਰਸਤਾ ਵੀ ਦਿਖਾਉਂਦਾ ਹੈ। ਸੋ ਵੀ ਆਰ ਇੰਜੋਇੰਗ ਦ ਜਰਨੀ। ਠੀਕ ਹੈ। ਸੋ ਜਦੋਂ ਮੈਂ ਕਿਸੇ ਬਿਜ਼ਨਸ ਹੈਡ ਨੂੰ ਦੇਖਦਾ ਸੀ ਨਾ, ਮੈਨੂੰ ਬੜਾ ਮਜ਼ਾ ਆਉਂਦਾ ਸੀ ਦੇਖ ਕੇ। ਮੈਨੂੰ ਲੱਗਦਾ ਸੀ ਯਾਰ ਇਹ ਬੰਦਾ ਹੈ ਬਿਜ਼ਨਸ ਹੈਡ, ਇਸ ਜਨਮ ਵਿੱਚ ਮੈਨੂੰ ਸ਼ਾਇਦ ਇਹੀ ਬਣਨਾ। ਸੋ ਆਈ ਵਾਜ਼ ਕਾਈਂਡ ਆਫ ਕਲੀਅਰ ਕਿ ਯਾਰ ਮੈਨੂੰ ਪੋਲੀਟੀਸ਼ੀਅਨ ਵੀ ਅਟਰੈਕਟ ਨਹੀਂ ਕਰਦਾ ਸੀ। ਵਿਦ ਡਿਊ ਰਿਸਪੈਕਟ, ਡਾਕਟਰ, ਇੰਜੀਨੀਅਰ ਉਹ ਆਪਣੀ ਜਗ੍ਹਾ ਚੰਗੇ ਹੈ, ਜਿਹੜੇ ਕੰਮ ਵਾਹਿਗੁਰੂ ਨੇ ਕਿਸੇ ਨੂੰ ਲਗਾਇਆ ਹੋਇਆ। ਬਟ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਬੀਇੰਗ ਅ ਬਿਜ਼ਨਸ ਹੈਡ ਇਜ਼ ਮਾਈ ਡੈਸਟੀਨੀ। ਸੋ ਆਈ ਹੈਵ ਚੋਜ਼ਨ ਦਿਸ ਪਾਥ। ਪਰਮਾਤਮਾ ਦਿੰਦਾ ਮੌਕਾ, ਜਦ ਤੁਸੀਂ ਕੋਈ ਚੀਜ਼ ਇਨੀਸ਼ੀਏਟ ਕਰਦੇ ਹੋ ਔਰ ਜਦ ਉਹ ਸਿਰੇ ਚੜ੍ਹਦੀ ਹੈ, ਉਹਦਾ ਮਜ਼ਾ ਵੀ ਤਾਂ ਆਉਂਦਾ। ਯਾਨੀ ਤੁਹਾਨੂੰ ਜਦੋਂ ਕਰੀਅਰ ਵਾਈਜ਼ ਕੋਈ ਵੀ ਸੋਚਦਾ ਹੈ ਵਿਅਕਤੀ ਆਪਣੇ ਜੀਵਨ 'ਚ, ਤੁਹਾਨੂੰ ਪਹਿਲੇ ਹੀ ਪਤਾ ਸੀ ਕਿ ਮੈਂ ਇੱਕ ਬਿਜ਼ਨਸਮੈਨ ਬਣਨਾ, ਐਂਟਰਪ੍ਰੈਨਿਓਰ ਬਣਨਾ ਹੈ? ਪਹਿਲੇ ਦਾ ਮਤਲਬ ਇਹੀ ਹੈ ਕਿ ਜਦੋਂ ਕੀਤੀ ਮੈਂ ਇੰਜੀਨੀਅਰਿੰਗ ਹੈ, ਸੋ ਆਈ ਹੈਵ ਡਨ ਸਿਵਲ ਇੰਜੀਨੀਅਰਿੰਗ। ਓਕੇ। ਉਦੋਂ ਬੜੇ ਅੱਛੇ ਮਾਰਕਸ ਆਏ 12th ਦੇ ਅੰਦਰ। ਫਿਰ ਪਾਪਾ ਨੇ ਕਿਹਾ ਕਿ ਬੇਟਾ ਆਈ ਵਾਜ਼ ਗੈਟਿੰਗ ਇਲੈਕਟ੍ਰੋਨਿਕ, ਇਲੈਕਟ੍ਰੀਕਲ, ਮਕੈਨੀਕਲ, ਆਟੋਮੋਬਾਈਲ ਸਾਰੀ ਮੈਨੂੰ ਸਟਰੀਮ ਮਿਲਦੀਆਂ ਸੀ ਮੈਰਿਟ 'ਤੇ। ਸੋ ਮਾਈ ਫਾਦਰ ਵਾਜ਼ ਇਨ ਦਿਸ ਕੰਸਟਰਕਸ਼ਨ ਲਾਈਨ, ਅਤੇ ਉਹਨਾਂ ਨੇ ਕਿਹਾ ਕਿ ਬੇਟਾ ਤੁਸੀਂ ਇਹ ਸਿਵਲ ਇੰਜੀਨੀਅਰਿੰਗ ਕਰੋ। ਕੰਸਟਰਕਸ਼ਨ ਦਾ ਜਿਹੜਾ ਕੰਮ ਹੈ ਕਦੀ ਬੰਦ ਨਹੀਂ ਹੋਏਗਾ। ਮੈਨੂੰ ਅੱਜ ਵੀ ਉਹਨਾਂ ਦੀ ਲਾਈਨਾਂ ਯਾਦ ਹੈ ਕਿ ਇਹ ਬ੍ਰਿਜਸ, ਰੇਲਵੇਜ਼, ਰੋਡਸ, ਬਿਲਡਿੰਗਸ ਇਹ ਤਾਂ ਬਣਦੀਆਂ ਰਹਿਣਗੀਆਂ ਜਦੋਂ ਤੱਕ ਦੁਨੀਆ ਰਹੇਗੀ। ਸੋ ਉਹਨਾਂ ਦੀ ਗੱਲ ਮੰਨ ਕੇ ਮੈਂ ਸਿਵਲ ਇੰਜੀਨੀਅਰਿੰਗ ਕਰ ਲਈ। ਬਟ ਦੈਨ ਆਈ ਰੀਅਲਾਈਜ਼ ਕਿ ਦੈਟਸ ਨਾਟ ਮਾਈ ਕੱਪ ਆਫ ਟੀ। ਅੰਦਰੋਂ ਜਿਸ ਤਰ੍ਹਾਂ ਵਾਹਿਗੁਰੂ ਸੋਝੀ ਦਿੰਦਾ ਗਿਆ, I was, as I have told you, always attracted towards being a businessman, a business head kind of person. So ਥੋੜੀ ਡਿਊ ਡਿਲੀਜੈਂਸ ਦੇ ਬਾਅਦ, ਥੋੜਾ ਜਿਹਾ ਰਿਫਲੈਕਸ਼ਨ ਦੇ ਬਾਅਦ, ਥੋੜਾ ਜਿਹਾ ਸੋਚਣ ਵਿਚਾਰਨ ਦੇ ਬਾਅਦ I came to the decision ਕਿ ਸ਼ਾਇਦ ਇਹੀ ਮੇਰੀ ਲਾਈਨ ਹੈ। So now we are enjoying it with all the challenges we are getting every ਤੇ day. ਜੋ ਵੀ ਕੰਮ ਤੁਸੀਂ ਕਰ ਰਹੇ ਹੋ, 4 ਕੰਪਨੀਆਂ ਤੁਸੀਂ ਚਲਾ ਰਹੇ ਹੋ, ਉਹ ਕੰਪਨੀਆਂ ਇਹ ਵਾਲੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਵੇਂ ਕੁਝ ਲਗਜ਼ਰੀ ਗੈਜਟਸ ਦੀ ਹੈ ਤੁਹਾਡੀ, ਠੀਕ ਹੈ, IT ਦਾ ਵੀ ਹੈ ਤੁਹਾਡਾ, ਆਈ ਥਿੰਕ ਇੱਕ ਹੋਰ ਵੀ ਹੈ, GRD ਐਵੀਏਸ਼ਨ ਹੈ, ਗਲੋਬਲ ਕਨੈਕਟਸ ਹੈ। ਇਹ ਆਈਡੀਆ ਕਿਸ ਤਰ੍ਹਾਂ ਆਇਆ, ਕਿੱਥੋਂ ਆਇਆ ਇਹ? ਮੈਂ ਪੜ੍ਹਾਈ ਕਰਨ ਦੇ ਬਾਅਦ ਇੰਗਲੈਂਡ ਚਲਾ ਗਿਆ ਸੀ ਐਜ਼ ਅ ਯੰਗ ਐਸਪੀਰੈਂਟ ਇੰਡੀਅਨ। ਮੈਂ ਕਿਹਾ ਜੀ ਅਸੀਂ ਬਾਹਰ ਜਾ ਕੇ ਆਪਣਾ ਉੱਥੇ ਸੈਟਲ ਹੋਵਾਂਗੇ। ਸੋ ਦੈਨ ਅਗੇਨ ਆਈ ਰੀਅਲਾਈਜ਼ਡ ਦੈਟਸ ਨਾਟ ਮਾਈ ਕੱਪ ਆਫ ਟੀ। ਮੈਂ ਬਾਹਰ ਨਹੀਂ ਰਹਿ ਪਾਇਆ। ਮੈਨੂੰ ਉੱਥੇ ਆਈ ਯੂਜ਼ ਟੂ ਫੀਲ ਹੋਮ ਸਿਕ। ਫਿਰ ਮੈਂ ਵਾਪਸ ਆ ਕੇ USA ਚਲਾ ਗਿਆ। ਮੈਂ ਕਿਹਾ ਯਾਰ ਇੰਗਲੈਂਡ ਸਹੀ ਨਹੀਂ ਹੈ, USA ਜਾਣਾ ਚਾਹੀਦਾ। ਦੈਨ ਆਈ ਰੀਅਲਾਈਜ਼ USA ਵੀ ਨਹੀਂ, ਆਪਣੀ ਕੰਟਰੀ, ਆਪਣੇ ਹੀ ਉਧਰ ਆਪਣੀ ਲੋਕ, ਆਪਣੀ ਭਾਸ਼ਾ, ਆਪਣਾ ਕਲਚਰ, ਦੈਟਸ ਮਾਈ ਡੈਸਟੀਨੀ। ਸੋ ਵੈਨ ਆਈ ਕੇਮ ਬੈਕ, ਉਧਰ ਮੈਂ ਟੈਲੀਕੋਮਿਊਨੀਕੇਸ਼ਨ ਦੇ ਅੰਦਰ 1.5 ਸਾਲ ਕੰਮ ਕੀਤਾ ਲੰਡਨ। ਉਧਰੋਂ ਮੈਨੂੰ ਥੋੜੀ ਇਸ ਫੀਲਡ ਦੀ ਸਮਝ ਲੱਗੀ। ਮੇਰਾ ਜੋ ਪੜ੍ਹਾਈ ਹੈ ਉਹ ਬੇਸਿਕ ਪੜ੍ਹਾਈ ਦੇ ਬਾਅਦ ਸਿਵਲ ਇੰਜੀਨੀਅਰਿੰਗ ਹੈ। ਸਿਵਲ ਇੰਜੀਨੀਅਰਿੰਗ ਵਿੱਚ ਮੇਰਾ ਮਨ ਨਹੀਂ ਲੱਗਿਆ। ਇਹ ਫਿਰ ਟੈਲੀਕੋਮਿਊਨੀਕੇਸ਼ਨ ਦਾ ਮੈਨੂੰ ਪਰਮਾਤਮਾ ਨੇ ਕੋਈ ਅੱਗੋਂ ਮੌਕਾ ਦਿੱਤਾ। ਇੱਥੇ ਆਏ ਇੰਡੀਆ ਦੇ ਅੰਦਰ ਨਵੇਂ ਮੋਬਾਈਲ ਫੋਨ, ਉਦੋਂ ਅਸੀਂ ਸਟਾਰਟ ਕੀਤਾ ਸੀ ਫੈਕਸ ਮਸ਼ੀਨ, ਫੋਟੋਕਾਪੀਅਰ। ਫਿਰ ਗ੍ਰੈਜੂਅਲੀ ਅਸੀਂ ਵੱਧਦੇ ਚਲੇ ਗਏ, ਅਤੇ ਉਹਦੇ ਅੰਦਰ ਅਸੀਂ ਲੈਪਟਾਪ, ਡਿਜੀਟਲ ਕੈਮਰਾ, TV, ਐਂਡ ਦੈਨ ਵੀ ਹੈਵ ਅੱਜ ਤੇ ਸਾਡੇ ਕੋਲ 300 ਪ੍ਰੋਡਕਟ ਹੈ। ਵੀ ਹੈਵ 60 ਇੰਟਰਨੈਸ਼ਨਲ ਬ੍ਰਾਂਡਸ। ਅਸੀਂ ਉਹਨਾਂ ਦੇ OEM ਸਪਲਾਇਰਸ ਹਾਂ। ਲਾਈਫਸਟਾਈਲ ਗੈਜਟ ਔਰ IT ਕਾਫੀ ਨਜ਼ਦੀਕ ਹੈ। ਕਨੈਕਟਡ ਦ ਕਾਈਂਡ ਆਫ ਕਲਾਇੰਟੇਲ ਵੀ ਹੈਵ, ਉਹਨਾਂ ਨੂੰ ਹੀ ਫਿਰ ਲੋੜ ਪੈ ਗਈ IT ਦੀ। ਫਿਰ IT ਦੀ ਵੀ ਉਹਨਾਂ ਨੂੰ ਸਰਵਿਸਿਜ਼ ਦੇਣੀ ਸ਼ੁਰੂ ਕਰ ਦਿੱਤੀ। ਮਾਈ ਬ੍ਰਦਰ ਗੁਰਜੀਤ ਸਿੰਘ, ਹੀ ਇਜ਼ ਵਿਦ ਮੀ ਥਰੂ ਆਊਟ ਦ ਜਰਨੀ ਫਰਮ ਡੇ 1। ਉਹ ਮੇਰੇ ਨਾਲੋਂ ਜ਼ਿਆਦਾ ਟੈਕਨੀਕਲ ਹੈ। ਉਹਨੇ ਉਹ ਪਾਸਾ ਸਾਂਭ ਲਿਆ, ਮੈਂ ਇੰਪੋਰਟ ਵਾਲਾ ਪਾਸਾ ਸਾਂਭ ਲਿਆ। ਸੋ ਇਹ ਸਾਡੀ 2 ਕੰਪਨੀਆਂ ਹੋ ਗਈਆਂ। ਉਹਦੇ ਬਾਅਦ ਲੱਗਿਆ ਕਿ ਨਹੀਂ, ਇਹ ਹਾਲੀ ਅੰਦਰੋਂ ਜਿਸ ਤਰ੍ਹਾਂ ਲੱਗਿਆ ਕਿ ਦੇਰ ਇਜ਼ ਫਰਦਰ ਗਰੋਥ ਪੋਸੀਬਲ, ਅੰਦਰ ਪੋਟੈਂਸ਼ੀਅਲ ਹੋਰ ਹੈ। ਤੋ ਮੈਂ 2013 ਦੇ ਅੰਦਰ ਗਿਆ ਸੀ ਜਰਮਨੀ, ਨਿਊਰਮਬਰਗ। ਉੱਥੇ ਇੱਕ ਵਰਲਡ ਦਾ ਨੰਬਰ 1 ਐਗਜ਼ੀਬਿਸ਼ਨ ਲੱਗਦਾ ਹੈ, ਬਾਇਓਫੈਕ ਦੇ ਅੰਦਰ ਜਾ ਕੇ ਉੱਥੇ ਮੈਂ ਸਾਰੇ ਫੂਡ ਪ੍ਰੋਡਕਟਸ ਔਰ ਵੈਲਨੈਸ ਔਰ ਹੈਲਥ ਦਾ ਸਾਰਾ ਦੇਖਿਆ। ਆਈ ਐਮ ਅ ਲਿਟਲ ਫਿਟਨੈਸ ਫਰੀਕ ਮਾਈ ਸੈਲਫ। ਅੱਜ ਕੱਲ੍ਹ ਥੋੜ੍ਹਾ ਵਜ਼ਨ ਵਧਾਇਆ ਹੋਇਆ। ਅਤੇ ਮੈਨੂੰ ਲੱਗਿਆ ਕਿ ਵੈਲਨੈਸ ਇਜ਼ ਦਾ ਫਿਊਚਰ।
ਫਿਰ ਉਧਰ ਮੈਂ ਕੁਝ ਪ੍ਰੋਡਕਟ ਜ਼ੀਰੋ ਇਨ ਕੀਤੇ, ਇੰਡੀਆ ਆਇਆ, ਕੁਝ ਸ਼ੈਫਸ ਨੂੰ ਮਿਲਿਆ, ਕੋਈ ਲੋਕਾਂ ਨੂੰ ਮਿਲਿਆ, ਫਿਰ ਉਹਦੀ ਜਿਹੜੀ ਜਰਨੀ ਸਟਾਰਟ ਕੀਤੀ। Then one of the top industry captains is the chairman of a big group, Mr. Bhatia. He came to me one fine day कि Gurvinder, we need people like yourself. You are very sincere and hardworking. Why don't you join aviation? So I was looking for my next level growth. मैं दसिया मैनू 3 ਦਾ ਸ਼ੌਂਕ ਸੀ ਸ਼ੁਰੂ ਤੋਂ ਵੀ 3 ਕੰਪਨੀਆਂ ਹੋਣੀ ਚਾਹੀਦੀਆਂ। I don't know why this figure 3 came, but 3 ਦਾ ਸ਼ੌਂਕ ਸੀ। ਮੈਂ ਕਿਹਾ ਚਲੋ ਇੱਕ ਐਵੀਏਸ਼ਨ ਵੀ ਹੋ ਗਈ। ਫਿਰ ਕਿਸੇ ਬੜੇ ਸਿਆਣੇ ਬੰਦੇ ਨੇ ਮੈਨੂੰ ਇਹ ਵੀ ਸਮਝਾਇਆ ਕਿ ਲਗਜ਼ਰੀ ਔਰ ਉਹਦੇ ਆਸ-ਪਾਸ ਲਾਈਫਸਟਾਈਲ ਔਰ ਉਹਦੇ ਆਸ-ਪਾਸ ਤੁਹਾਡੀ ਲਾਈਫ ਚੱਲੇਗੀ। ਦਿਸ ਇਜ਼ ਦ ਵੇ ਯੂ ਆਰ। ਜਿੰਨਾ ਤੁਸੀਂ ਲਗਜ਼ਰੀ ਜਾਂ ਰਿਚ ਲੋਕਾਂ ਦੇ ਘਰ, ਆਫਿਸ, ਉਹਨਾਂ ਦੇ ਪ੍ਰੋਡਕਟ, ਸਰਵਿਸਿਜ਼ ਦੇ ਆਸ-ਪਾਸ ਕੰਮ ਕਰੋਗੇ, you will be successful. Now aviation is again a little, you know, ਅਮੀਰ ਬੰਦਾ ਹੀ ਜਹਾਜ਼ ਤੇ ਚੜਦਾ ਹੈ, that way if we say. So ਉਹਦੇ ਅੰਦਰ ਅਸੀਂ ਸ਼ੁਰੂ ਕੀਤਾ ਕੰਮ। ਫਿਰ ਕੋਵਿਡ ਦੀ ਵਜ੍ਹਾ ਨਾਲ ਥੋੜਾ ਜਿਹਾ ਉੱਥੇ ਬ੍ਰੇਕ ਲੱਗ ਗਈ, ਬਟ ਅਗੇਨ ਨਾਓ ਥਿੰਗਸ ਆਰ ਕਮਿੰਗ ਬੈਕ ਟੂ ਦ ਸ਼ਿਪ। ਤੇ ਉਹਦੇ ਅੰਦਰ ਵੀ ਕੁਛ ਨਾ ਕੁਛ ਇੰਪਰੂਵਮੈਂਟ ਹੈ। ਅਸੀਂ ਹੁਣ ਬਹੁਤ ਜਲਦ ਆਉਣ ਵਾਲੇ ਟਾਈਮ ਵਿੱਚ ਇੱਕ ਚਾਰਟਰਡ ਪਲੇਨ ਦੀ ਕੰਪਨੀ ਬਣਾ ਰਹੇ ਹਾਂ, ਕਿਸੇ ਦੇ ਨਾਲ ਮਿਲ ਕੇ ਮੇਰਾ ਵਰਕਿੰਗ ਚੱਲ ਰਿਹਾ। ਯੂ ਆਰ ਦ ਫਸਟ ਪੀਪਲ ਟੂ ਨੋ। ਰੀਸੈਂਟਲੀ ਦਿਸ ਡਿਵੈਲਪਮੈਂਟ ਹੈਪਨਡ। ਸੋ ਇਹ ਹੋ ਗਿਆ। ਕਨੈਕਟਸ ਜਿਹੜਾ ਹੈ ਉਹ ਫਿਰ ਹੋਈ। ਜਿਹੜੇ ਮੇਰੇ ਬੜੇ ਕਲੋਜ਼ ਫਰੈਂਡਸ ਹੈ ਜਾਂ ਮੇਰੇ ਮੈਂਟੋਰਸ ਹੈ ਜਾਂ ਜਿਨ੍ਹਾਂ ਨਾਲ ਮੈਂ ਆਪਣੀ ਗੱਲਬਾਤ ਸਲਾਹ ਕਰਨਾ, ਉਹਨਾਂ ਨੇ ਮੈਨੂੰ ਸਮਝਾਇਆ ਕਿ ਯੂ ਆਰ ਵੈਰੀ ਗੁੱਡ ਇਨ PR। ਆਈ ਨੈਵਰ ਰਿਅਲਾਈਜ਼ ਦੈਟ ਮੈਂ ਆਪਣਾ ਰੂਟੀਨ ਦੇ ਅੰਦਰ ਸਭ ਨੂੰ ਪਿਆਰ ਕਰਨਾ, ਚੰਗੇ ਤਰੀਕੇ ਨਾਲ ਗੱਲਬਾਤ ਕਰਨੀ, ਸਾਰਾ ਕੁਝ ਹੈ। ਬਟ ਮੈਨੂੰ ਫਿਰ ਕਿਸੇ ਨੇ ਸਮਝਾਇਆ, ਮੇਰੇ ਕਜ਼ਨ ਹੈ ਕੈਲੀਫੋਰਨੀਆ, ਉਹਨਾਂ ਨੇ ਬਹੁਤ ਐਮਫਸਾਈਜ਼ ਕੀਤਾ ਕਿ ਗੁਰਵਿੰਦਰ, ਮੈਂ 20 ਸਾਲ 22 ਸਾਲ ਪਹਿਲੇ ਆਇਆ ਸੀ, ਤੇਰੇ ਦੋਸਤ ਸੀ। ਫਿਰ ਮੈਂ 18 ਸਾਲ ਪਹਿਲੇ ਆਇਆ, ਉਹ ਤੇਰੇ ਦੋਸਤ ਸੀ। ਫਿਰ 15 ਸਾਲ ਪਹਿਲੇ ਆਇਆ, ਉਹ ਹਾਲੀ ਵੀ ਤੇਰੇ ਦੋਸਤ ਸੀ। ਮੈਂ ਹੁਣ ਆਉਣਾ, ਹਾਲੀ ਵੀ ਹੈ, ਔਰ ਤੇਰੇ ਨਵੇਂ ਵੀ ਬਣੀ ਜਾਂਦੇ ਆ। ਸੋ ਯੋਰ ਐਂਟਰਪ੍ਰੀਨਿਓਰਸ਼ਿਪ ਐਂਡ ਨੈਟਵਰਕਿੰਗ ਔਰ PR ਜਿਹੜਾ ਹੈ ਨਾ, ਇਹ ਕੰਬੀਨੇਸ਼ਨ ਬੜਾ ਵਧੀਆ ਹੈ। ਮੈਂ ਕਦੀ ਇਸ ਤਰ੍ਹਾਂ ਸੋਚਿਆ ਨਹੀਂ ਸੀ, ਪਰ ਉਹ ਵੱਡੇ ਹੈ ਮੇਰੇ ਨਾਲੋਂ 8-10 ਸਾਲ ਜ਼ਿਆਦਾ ਐਕਸਪੀਰੀਅੰਸਡ ਹੈ। ਉਹਨਾਂ ਨੇ ਬੜਾ ਐਮਫਸਾਈਜ਼ ਦੇ ਕੇ ਕਿਹਾ ਕਿ ਮੈਂ ਦੁਨੀਆ ਘੁੰਮਿਆ, ਇਸ ਤਰ੍ਹਾਂ ਦਾ ਕੰਬੀਨੇਸ਼ਨ ਹੁੰਦਾ ਨਹੀਂ ਹੈ। ਯੂ ਮਸਟ ਡੂ ਸਮਥਿੰਗ ਰਿਗਾਰਡਿੰਗ ਨੈਟਵਰਕਿੰਗ ਆਲਸੋ। ਮੈਨੂੰ ਕੁਝ ਜ਼ਿਆਦਾ ਸਮਝ ਨਹੀਂ ਲੱਗੀ। ਇਟਸ ਬਿਨ 4-5 months ਡਿਊਰਿੰਗ ਕੋਵਿਡ ਹੀ ਕੇਮ। ਦੈਨ ਆਈ ਸਟਾਰਟਿਡ ਲਰਨਿੰਗ ਅਬਾਊਟ ਦੈਟ ਕਿ ਵੀ ਇਹਦੇ ਅੰਦਰ ਕੀ ਕੰਮ ਕੀਤਾ ਜਾਏ, ਕਿਸ ਤਰ੍ਹਾਂ ਕੀਤਾ ਜਾਏ। ਸੋ ਇਹ ਹੁਣ ਬਿਜ਼ਨਸ ਐਡਵਾਈਜ਼ਰੀ ਜਿਹੜੀ as a consultant, advisor, mentor, we would be acting with these corporates. My strength is my corporates. ਉਹਨਾਂ ਜਿਹੜੇ ਕਾਰਪੋਰੇਟ ਨਾਲ ਸਾਡੀ ਡੀਲਿੰਗ ਹੈ, ਉਹਨਾਂ ਦੇ MD, CEO, ਮੈਨੇਜਿੰਗ ਜਿਹੜੇ ਉਹਨਾਂ ਦੇ ਚੇਅਰਮੈਨਸ ਹੈਗੇ ਨੇ, ਉਹ ਟਰਸਟ ਕਰਦੇ ਆ ਸਾਡੇ ਉੱਪਰ। ਸੋ ਦੇ ਲੁੱਕ ਫॉर ਡਿਫਰੈਂਟ ਪ੍ਰੋਡਕਟਸ ਐਂਡ ਸਰਵਿਸਿਜ਼। ਪ੍ਰੋਡਕਟਸ ਅਸੀਂ ਉਹਨਾਂ ਨੂੰ ਦੇ ਰਹੇ ਹਾਂ, ਹਾਈ ਐਂਡ ਇਲੈਕਟ੍ਰੋਨਿਕ, IT, ਐਵੀਏਸ਼ਨ, ਹੈਲਥ ਫੂਡ। ਸੋ ਸਰਵਿਸਿਜ਼ ਦੇ ਅੰਦਰ ਇਹ ਚੀਜ਼ਾਂ ਆਉਂਦੀਆਂ। ਇਹਦੇ ਅੰਦਰ ਸਾਡਾ ਫੰਡਿੰਗ ਹੈ, ਕੋਲੈਬੋਰੇਸ਼ਨ ਦੀ ਸਰਵਿਸਿਜ਼ ਅਸੀਂ ਦੇ ਸਕਦੇ ਹਾਂ। ਕਿਸੇ ਨੂੰ ਇਕੁਇਟੀ ਪਾਰਟਨਰਸ਼ਿਪ, ਐਗਜ਼ਿਟ, ਕਿਸੇ ਨੂੰ ਆਪਣੀ ਕੰਪਨੀ ਵੇਚ ਕੇ ਨਿਕਲਣਾ ਹੈ ਪੂਰਾ ਦਾ ਪੂਰਾ, ਜਾਂ 20% ਵੇਚਣੀ ਹੈ, 10% ਵੇਚਣੀ ਹੈ, 30%। ਸੋ ਆਈ ਹੈਵ ਅ ਗ੍ਰੇਟ ਡੇਟਾ। ਮੇਰਾ ਨੈਟਵਰਕ ਹੈ ਬੜਾ ਅੱਛਾ, ਤਾਂ ਉਹਦੇ ਅੰਦਰ ਹੀ ਅਸੀਂ ਉਹਨਾਂ ਨੂੰ ਲੱਭ ਕੇ ਦੋਨਾਂ ਨੂੰ ਬਿਠਾ ਦਿੰਦੇ ਹਾਂ। ਐਂਡ ਦੈਨ ਆਈ ਹੈਵ ਅ ਗੁੱਡ ਟੀਮ ਵਿਦ ਮੀ। ਸੋ ਫਿਰ ਅਸੀਂ ਉਹਨਾਂ ਨੂੰ ਅੱਗੇ ਕਰਕੇ ਤੇ ਜੋ ਉਹਨਾਂ ਦਾ ਰਿਕੁਆਇਰਮੈਂਟ ਹੈ ਉਹ ਪੂਰਾ ਕਰਾ ਦਿੰਦੇ ਹਾਂ। ਸੋ ਦਿਸ ਇਜ਼ ਹਾਊ ਇਟ ਇਜ਼। ਸੋਰਸ ਆਫ એનર્ਜੀ ਕੀ ਹੈ ਫਿਰ ਤੁਹਾਡਾ? ਸੋਰਸ ਆਫ એનર્ਜੀ ਬਾਬਾ ਜੀ ਜੋ ਸਾਰਿਆਂ ਦਾ ਗ੍ਰੇਟ। ਸੋਰਸ ਆਫ એનર્ਜੀ ਬਾਬਾ ਜੀ ਹੈ, ਸਾਰਿਆਂ ਦਾ ਉਹੀ ਹੈ। ਸਾਰਿਆਂ ਦਾ ਉਹੀ ਹੈ, ਬਟ ਇਟ ਇਜ਼ ਅਬਾਊਟ ਕਨੈਕਟਿੰਗ ਵਿਦ ਦੈਟ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਹਾਂਜੀ, ਬਿਲਕੁਲ ਸਹੀ ਗੱਲ ਹੈ। ਸਭ ਦਾ ਇੱਕੋ ਹੀ ਹੈ, ਸਭ ਦਾ ਇੱਕ ਹੈ, ਹੋਰ ਕੋਈ ਹੁੰਦਾ ਹੀ ਨਹੀਂ ਹੈ, ਹੋਇਆ ਹੀ ਨਹੀਂ, ਕਦੀ ਹੋਏਗਾ ਵੀ ਨਹੀਂ। ਇੱਕੋ ਹੀ ਹੈ ਸਭ ਦਾ ਸੋਰਸ, ਉਧਰੋਂ ਹੀ ਆਉਂਦੀ ਹੈ એનર્ਜੀ। ਤੇ ਚੈਲੰਜਸ ਲਾਈਫ 'ਚ ਕੁਝ ਰਹੇ? ਕਿਸ ਤਰ੍ਹਾਂ ਬਹੁਤ ਰਹੇ। ਕਿਸ ਤਰ੍ਹਾਂ ਦੇ ਰਹੇ? ਕੁਝ ਖਾਸ ਐਕਸਪੀਰੀਅੰਸ ਅਸੀਂ ਜ਼ਰੂਰ ਜਾਨਣਾ ਚਾਹਾਂਗੇ ਤੁਹਾਡੇ ਤੋਂ। ਮਨੀ ਨਹੀਂ ਸੀ ਬਿਲਕੁਲ ਵੀ। ਸਭ ਤੋਂ ਵੱਡਾ ਤੇ ਇਹੀ ਹੋ ਗਿਆ ਫਿਰ। ਯਪ, ਮਾਈ ਫਾਦਰ ਵਾਜ਼ ਅ ਸੈਲਰੀਡ ਪਰਸਨ, ਸੋ ਹੀ ਕੁਡ ਨਾਟ he did not have actually, so he could not give us money. ਫਿਰ So ਕਿਵੇਂ we ਕੀਤਾ ਤੁਸੀਂ started ਸਭ with ਕੁਝ? literally zero. ਮਤਲਬ ਕੋਈ ਕਹਿੰਦਾ 10,000, 20,000, 1 ਲੱਖ, 2 ਲੱਖ। Me and my brother did not have 1 rupee. ਅਸੀਂ ਬਿਲਕੁਲ ਜ਼ੀਰੋ ਤੋਂ ਸਟਾਰਟ ਕੀਤਾ। We did not have money for printing visiting cards. Visiting cards ਛਪਵਾਉਣ ਦੇ ਪੈਸੇ ਵੀ ਨਹੀਂ ਸੀ। ਇੱਕ 2-wheeler ਸਕੂਟਰ ਸੀ ਔਰ ਅਸੀਂ ਦੋਨੋਂ ਭਰਾ ਸੀ ਬਸ। ਐਂਡ ਦਿਸ ਇਜ਼ ਹਾਊ ਵੀ ਸਟਾਰਟਡ। ਸੋ ਬਸ ਉਹੀ ਪਹਿਲੇ ਕਮੇਟੀਆਂ ਪਾਉਂਦੇ ਰਹੇ, ਉਹਦੇ ਚੋਂ ਹੀ ਨਿਕਾਲ ਕੇ ਕੋਈ ਨਾ ਕੋਈ ਰੈਫਰੈਂਸ ਸਿਸਟਮ। ਕਿਸੇ ਨੇ ਸਾਡੀ ਗਰੰਟੀ ਦੇ ਦਿੱਤੀ ਕਿ ਬਈ ਇਹਨਾਂ ਨੂੰ ਤੁਸੀਂ ਸਮਾਨ ਦਿਓ, ਇਹ ਤੁਹਾਨੂੰ ਵਾਪਸ ਕਰ ਜਾਣਗੇ ਮਨੀ। ਸੋ ਦਿਸ ਇਜ਼ ਹਾਊ ਇਟ ਸਟਾਰਟਡ। ਗ੍ਰੈਜੂਅਲੀ ਕਰਦੇ ਫਿਰ ਅਸੀਂ ਟਾਈਮ 'ਤੇ ਕਰਦੇ ਗਏ ਪੇਮੈਂਟ, ਆਪਣਾ ਵਿਵਹਾਰ ਠੀਕ ਰੱਖਿਆ ਸਾਰਾ। ਸੋ
ਇੱਥੇ ਤੱਕ ਪਹੁੰਚ ਗਏ। ਚੈਲੰਜ ਤੇ ਆਉਂਦੇ ਆ, ਹੁਣੇ ਵੀ ਆਉਂਦੇ ਆ, ਰੈਗੂਲਰ ਆਉਂਦੇ ਆ, ਕਿਉਂਕਿ ਥਿੰਗਸ ਆਰ ਨਾਟ ਟੂ ਈਜ਼ੀ ਇਨ ਲਾਈਫ। ਔਰ ਚੈਲੰजेस ਆਉਂਦੇ ਆ ਤਾਂ ਹੀ ਯੂ ਗਰੋ। ਸਿੱਧੀ ਸਿੱਧੀ ਲਾਈਫ ਹੈ ਤੇ ਉਹ ਕੋਈ ਗਰੋਥ ਵੀ ਨਹੀਂ ਆਏਗੀ, ਮਜ਼ਾ ਵੀ ਨਹੀਂ ਆਉਂਦਾ। ਨਾਰਮਲ ਇਜ਼ ਬੋਰਿੰਗ ਦੇ ਸੇ। ਨਾਰਮਲ ਇਜ਼ ਬੋਰਿੰਗ ਐਕਚੁਅਲੀ ਨਾ। ਜਦੋਂ ਸਭ ਨਾਰਮਲ ਹੋ ਜਾਂਦਾ ਅਸੀਂ ਆਪ ਪੰਗਾ ਲੈ ਲੈਂਦੇ ਕੋਈ ਨਵਾਂ ਹੋਰ। ਤੁਹਾਡੀ ਜਿਹੜੀ ਪ੍ਰੋਫੈਸ਼ਨਲ ਜਰਨੀ ਤੁਹਾਡੀ ਰਹੀ ਹੈ, ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਸਕਸੈਸ ਕੀ ਹੈ? ਜਿਵੇਂ ਤੁਸੀਂ ਕਿਹਾ ਕਿ ਤੁਹਾਡੀ ਬਹੁਤ ਲੋਕ ਤਾਰੀਫ ਕਰਦੇ ਆ, ਤੁਹਾਡਾ ਪੀਆਰ ਬਹੁਤ ਅੱਛਾ, ਯਾਨੀ ਕਿ ਇੱਕ ਰਿਲਾਇਬਿਲਿਟੀ, ਅਗਰ ਤੁਹਾਡੀ ਪਰਸਨੈਲਿਟੀ ਨੂੰ ਕਿਹਾ ਜਾਏ ਰਿਲਾਇਬਿਲਿਟੀ, ਸ਼ਾਇਦ ਕਿਆ ਤੁਸੀਂ ਇਸ ਨੂੰ ਮੰਨਦੇ ਹੋ ਕਿ ਪੀਪਲ ਰਿਲਾਈ ਔਨ ਯੂ? ਯੈਸ, ਇਹ ਮੈਨੂੰ ਕਿਹਾ ਸੀ ਕਿਸੇ ਵੱਡੇ ਨੇ ਵੀ ਕਿ ਵੀ ਮੈਂ ਕਿਹਾ ਆਈ ਡੋਂਟ ਨੋ ਵਾਈ ਪੀਪਲ ਕਮ ਟੂ ਮੀ ਫॉर ਦ ਥਿੰਗਸ ਆਈ ਨੈਵਰ ਟੋਲਡ them that I can do। ਬਈ ਕੋਈ ਕਹਿੰਦਾ ਮੇਰਾ ਇਹ ਕੰਮ ਹੈ, ਮੇਰਾ ਇਹ ਕੰਮ ਹੈ ਜਾਂ ਇਸ ਤਰ੍ਹਾਂ ਹੈ, ਮੈਂ ਤੇ ਕਦੀ ਉਹਨਾਂ ਨੂੰ ਬੋਲਿਆ ਹੀ ਨਹੀਂ ਮੈਂ ਇਹ ਕੰਮ ਕਰਾ ਸਕਦਾ, ਕਦੀ ਨਹੀਂ ਬੋਲਿਆ ਕਿਸੇ ਨੂੰ। ਕਹਿੰਦੇ ਨੋ ਯੂ ਇਨਫਿਊਜ਼ ਟਰਸਟ ਇਨ ਪੀਪਲ। ਉਹਨਾਂ ਨੂੰ ਲੱਗਦਾ ਹੈ ਕਿ ਇਹ ਅਗਰ ਵਿੱਚ ਰਹੇਗਾ ਡੀਲ ਦੇ ਜਾਂ ਇਹਦੇ ਨਾਲ ਕੰਮ ਕਰਾਂਗੇ ਤੇ ਸਾਨੂੰ ਸ਼ਾਂਤੀ ਰਹੇਗੀ, ਟੈਨਸ਼ਨ ਕਮ ਹੋਏਗੀ, ਇਹ ਉਹਨੂੰ ਪੂਰਾ ਪਾਰ ਲਗਾ ਦੇਗਾ। ਸੋ ਪਰਮਾਤਮਾ ਦੇ ਗੁਣ ਹੈ, ਉਹਨਾਂ ਨੇ ਦਿੱਤੇ ਨੇ। ਫਿਰ ਤੁਸੀਂ ਕੀ ਕਹੋਗੇ ਇੱਕ ਸਕਸੈਸਫੁਲ ਐਂਟਰਪ੍ਰੈਨਿਓਰ ਲਈ ਕਿਸ ਤਰ੍ਹਾਂ ਦੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ? ਦੇਖੋ, ਇੱਕ ਤੇ ਯੂ نو ਝੂਠ ਝਾਠ ਨਾ ਬੋਲੋ, ਕਿਸੇ ਨਾਲ ਗਲਤ ਨਹੀਂ ਕਰੋ। ਓਨੈਸਟੀ ਇਹ ਹੈ ਜ਼ਰੂਰੀ। ਹਾਰਡ ਵਰਕ ਤੇ ਹੈ ਹੀ ਹੈ ਜ਼ਰੂਰੀ, ਸ਼ਾਰਟਕਟ ਨਹੀਂ ਮਾਰੋ ਜ਼ਿਆਦਾ। ਔਰ ਬਾਕੀ ਕੋਸ਼ਿਸ਼ ਕਰੋ ਪਹਿਚਾਨਣ ਦੀ ਕਿ ਤੁਹਾਨੂੰ ਰੱਬ ਨੇ ਕਿਹੜੇ ਕੰਮ ਭੇਜਿਆ ਇੱਥੇ। ਐਵਰੀਬਡੀ ਹੇਅਰ ਇਜ਼ ਫॉर ਸਮ ਪਰਪਸ। ਉਹ ਕਹਿੰਦੇ ਨੇ ਇਫ ਯੂ ਆਰ ਗਿਵਨ ਐਨ if you are given 10 hours to cut a tree, yes, use 9 hours to sharpen your axe। 9 ਘੰਟੇ ਲਗਾ ਦਿਓ ਪਹਿਲੇ ਆਪਣੀ ਆਰੀ ਦੀ ਧਾਰ ਬਣਾਉਣ ਤੇ, ਫਿਰ 10 ਮਿੰਟ ਹੀ ਕੱਟਿਆ ਜਾਏਗਾ। ਸਿਮਿਲਰਲੀ ਥੋੜਾ ਜਿਹਾ ਵਾਹਿਗੁਰੂ ਨਾਲ ਜੁੜੋ, ਗੁਰਬਾਣੀ ਨਾਲ ਪਾਠ ਕਰੋ, ਥੋੜਾ ਜਿਹਾ ਦੇਖੋ, ਇੰਟਰੋਸਪੈਕਟ ਕਰੋ ਕਿ ਵੀ ਮੈਂ ਆਇਆ ਕਿਸ ਪਰਪਸ ਵਾਸਤੇ ਹਾਂ। ਤੁਹਾਨੂੰ ਆਪਣਾ ਪਰਪਸ ਦਾ ਖਿਆਲ ਆਏਗਾ, ਫਿਰ ਉਸ ਰਾਸਤੇ ਨੂੰ ਫੋਲੋ ਕਰੋਗੇ ਤੇ ਥੋੜਾ ਈਜ਼ੀ ਹੋ ਜਾਏਗਾ। ਲੋਕ 10 ਜਗ੍ਹਾ ਭਟਕਦੇ हैं ਅੱਜ-ਕੱਲ੍ਹ, ਥੋੜਾ ਸੋਸ਼ਲ ਮੀਡੀਆ ਇਹ ਉਹ ਤਮਾਸ਼ੇ ਵੀ ਜ਼ਿਆਦਾ ਹੈ। ਸਭ ਕੁਝ ਹੁੰਦਿਆਂ ਸੁਣਦਿਆਂ ਵੀ ਬੰਦੇ ਪਰੇਸ਼ਾਨ ਰਹਿੰਦੇ ਹੈ, ਡਿਸਕੰਟੈਂਟ ਹੈ। ਤੁਹਾਡੇ ਕੋਲ ਕੋਈ ਚੀਜ਼ ਹੈ ਬੜੀ ਵਧੀਆ, ਬਟ ਦੇਖਿਆ ਉੱਥੇ ਇੰਸਟਾਗ੍ਰਾਮ ਤੇ ਕੋਈ ਹੋਰ ਫੋਟੋ ਲੱਗੀ ਹੈ, ਉੱਥੇ ਕਿਸੇ ਨੇ ਹੌਲੀਡੇ ਦੀ ਪਾਤੀ, ਪਰਸ ਦੀ ਪਾਤੀ, ਫਿਰ ਤੁਸੀਂ ਪਰੇਸ਼ਾਨ ਹੋ ਗਏ। ਆਪਣੇ ਕੋਲ ਚੰਗੀਆਂ ਗੱਡੀਆਂ ਹੈ, ਫਿਰ ਕਿਸੇ ਦੀ ਦੇਖੀ ਪਰੇਸ਼ਾਨ ਹੋ ਗਏ। ਸੋ ਮੈਂ ਤਾਂ ਇਹੀ ਕਹਾਂਗਾ ਸੋਸ਼ਲ ਮੀਡੀਆ ਤੇ ਬਹੁਤ ਹੀ ਮਤਲਬ ਇਟਸ ਜਸਟ ਐਨ ਐਂਟਰਟੇਨਮੈਂਟ ਫॉर 5 ਮਿੰਟਸ ਅ ਡੇ। ਖੇਡ ਲਓ ਬਸ 5-7 ਮਿੰਟ, ਐਵੇਂ ਪੂਰੀ ਲਾਈਫ ਹੀ ਉਹਦੇ ਉੱਪਰ ਡਿਪੈਂਡ ਨਾ ਕਰੋ। ਤੁਹਾਡਾ ਮਤਲਬ ਹੈ ਕਿ ਜ਼ਿਆਦਾਤਰ ਜਿਵੇਂ ਅੱਜ ਕੱਲ੍ਹ ਇਹ ਚੱਲ ਰਿਹਾ ਹੈ ਕਿ ਤੁਸੀਂ ਆਪਣੀ ਲਾਈਫ ਨੂੰ ਦੂਸਰੇ ਦੀਆਂ ਨਜ਼ਰਾਂ ਦੇ ਹਿਸਾਬ ਨਾਲ ਦੇਖਣਾ ਚਾਹੁੰਦੇ ਹੋ। ਆਪਣੀ ਲਾਈਫ 'ਚ ਕੀ ਹੈ, ਸ਼ਾਇਦ ਇੰਨਾ ਟਾਈਮ ਅਗਰ ਤੁਸੀਂ ਉਹ 'ਤੇ ਲਗਾਓਗੇ, ਮੇਬੀ ਯੂ ਕੈਨ ਇੰਪਰੂਵ ਦੈਟ। ਇਹੀ ਕਹਿ ਰਿਹਾ, ਦਿਖਾਵਾ ਯਾਨੀ ਜ਼ਿਆਦਾ ਹੋ ਗਿਆ, ਦਿਖਾਵਾ ਜ਼ਿਆਦਾ ਹੈ, ਖਾਸ ਕਰ ਆਪਣੇ ਨਾਰਥ ਇੰਡੀਆ 'ਚ, ਦਿੱਲੀ 'ਚ ਤਮਾਸ਼ੇ ਜ਼ਿਆਦਾ ਕਰਦੇ ਆ, ਫਿਰ ਡਿਸਕੰਟੈਂਟ ਰਹਿੰਦੇ। ਫਿਰ ਆਪਣਾ ਲਾਈਫ ਦਾ ਜੋ ਸੈਂਟਰਲ ਆਈਡੀਆ ਹੈ ਉਹਨੂੰ ਭੁੱਲ ਜਾਂਦੇ ਆ, ਮਿਸ ਕਰ ਜਾਂਦੇ ਆ। ਉਹਦੇ ਨਾਲ ਵੀ ਫਿਰ ਆਪਣਾ ਇੱਕ ਰਸਤਾ ਜਿਹਾ ਮਿਲਦਾ ਨਹੀਂ ਹੈ। ਤੇ ਹੁਣ ਇੰਨੇ ਸਾਰੇ ਕੋਰਸ ਆ ਗਏ, ਇੰਨੇ ਸਾਰੇ ਕਾਲਜ ਆ ਗਏ, ਇੰਨੀ ਸਾਰੀ ਗੱਡੀਆਂ ਆ ਗਈਆਂ, ਇੰਨੇ ਸਾਰੇ ਹੋਟਲ ਆ ਗਏ, ਇੰਨੇ ਸਾਰੇ ਰੈਸਟੋਰੈਂਟ ਆ ਗਏ, ਕਿੱਥੇ ਕਿੱਥੇ ਜਾਓਗੇ? ਯੂ ਹੈਵ ਟੂ ਸੀ ਕਿ ਮੇਰਾ ਜਰਨੀ ਕੀ ਹੈ, ਇਹ ਮੇਰੀ ਲਾਈਫ ਵਿੱਚ ਕਿੰਨਾ ਕੁ ਰੋਲ ਰੱਖਦੀਆਂ ਚੀਜ਼ਾਂ। ਥੋੜਾ ਜਿਹਾ ਰੋਲ ਹੈ, ਇੱਕ ਲਿਮਿਟ ਬਣਾ ਕੇ ਰੱਖਣੀ ਚਾਹੀਦੀ ਆਪਣੀ। ਦੇਖ ਲਓ ਕਦੀ ਕਦਾਈ ਹੋ ਆਓ, ਯੂ ਨੋ ਵਾਟ ਆਈ ਮੀਨ। ਦੈਟਸ ਤੁਹਾਡੀ ਲਾਈਫ ਦਾ ਸੈਂਟਰਲ ਆਈਡੀਆ ਕੀ ਹੈ, ਦੈਟਸ ਵੈਰੀ ਇੰਪੋਰਟੈਂਟ। ਸੈਂਟਰਲ ਆਈਡੀਆ ਅਗਰ ਖੇਡਾਂ ਨੇ ਫਿਰ ਖੇਡਦੇ ਹੀ ਰਹੋਗੇ ਪੂਰੀ ਉਮਰ। ਫਿਰ ਅਗਰ ਤੁਸੀਂ ਚਾਹੁੰਦੇ ਹੋ ਕੁਝ ਬਣਨਾ ਜਾਂ ਕੁਝ ਕਰਨਾ ਲਾਈਫ ਵਿੱਚ, ਇਫ ਯੂ ਵਾਂਟ ਟੂ ਡੂ ਸਮਥਿੰਗ ਗੁੱਡ ਫॉर द ਸੋਸਾਇਟੀ, ਕੁਝ ਰੈਸੀਪ੍ਰੋਕੇਟ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਵਾਹਿਗੁਰੂ ਨੇ ਕੁਝ ਦਿੱਤਾ ਹੈ, ਮੈਂ ਅੱਗੇ ਕੁਝ ਵਧੀਆ ਕਰਾਂ ਕਿਸੇ ਹੋਰ ਨੂੰ ਵੀ, ਦੈਨ ਯੂ ਹੈਵ ਟੂ ਹੈਵ ਫੋਕਸ। ਇਹ ਖੇਡਾਂ ਨੇ, ਸ਼ਾਮੀ ਖੇਡ ਲਓ ਥੋੜ੍ਹੀ ਦੇਰ, ਅੱਧਾ ਘੰਟਾ, ਚਲੇ ਜਾਓ ਕਿਤੇ ਰੋਟੀ ਰੋਟੀ ਖਾ ਲਓ, ਦੈਟਸ ਨਾਟ ਅ ਪ੍ਰੋਬਲਮ। 24 ਘੰਟੇ ਚੈੱਕਡ ਇਨ ਹੇਅਰ, ਇੱਥੇ ਰੈਸਟੋਰੈਂਟ ਜਾ ਰਹੇ ਹੋ, ਉੱਥੇ ਜਾਓ। ਆਈ ਟੂ ਟੈਲ ਪੀਪਲ ਵੇਅਰ ਯੂ ਹੈਵ ਗੋਨ। ਉਹ ਸਾਰਾ ਕਹਾਣੀ ਖਰਾਬ ਹੋ ਗਈ ਨਾ ਉੱਥੇ ਹੀ, ਤੁਹਾਡਾ ਸੈਂਟਰਲ ਆਈਡੀਆ ਹੀ ਮਿਸ ਹੋ ਗਿਆ। ਤੇ ਫਿਰ ਤੁਹਾਡਾ ਕੈਰੀਅਰ ਕਿਵੇਂ ਬਣੇਗਾ? ਬੱਚੇ ਵੀ ਪਰੇਸ਼ਾਨ ਹੈ, ਇੰਨੀ ਸਾਰੀ ਅੱਜ ਕੱਲ੍ਹ ਚੀਜ਼ਾਂ ਹੈ, ਮੈਂ ਇਹ ਬਣ ਜਾਤਾ ਹੂੰ, ਮੈਂ ਉਹ ਬਣ ਜਾਤਾ ਹੂੰ। ਕਿੰਨੇ ਕਿਹਾ ਤੈਨੂੰ? ਫਰੈਂਡਸ ਨੇ ਕਿਹਾ। ਫਰੈਂਡਸ ਨੂੰ ਕਿੰਨੀ ਅਕਲ ਹੈ? ਥੋੜੀ ਜਿਹੀ ਹੈ। ਉਹ 18-20 ਸਾਲ ਦਾ ਫਰੈਂਡ ਹੈ, 18-20 ਦਾ ਹੀ ਤੂੰ ਹੈ, ਉਹਨੂੰ ਵੀ ਇੰਨਾ ਹੀ ਪਤਾ ਜਿੰਨਾ ਉਹਨੇ ਸੋਸ਼ਲ ਮੀਡੀਆ ਤੋਂ ਪੜ੍ਹਿਆ। ਸੋ ਲੋਕ ਇੱਕ ਦੂਜੇ ਦੇ ਨਾਲ ਰਿਸਪੌਂਸਿਬਿਲਿਟੀ ਜ਼ਿਆਦਾ ਕਿਸ ਦੀ ਮੰਨਦੇ ਹੋ ਤੁਸੀਂ? ਬੱਚੇ ਤੇ ਨਾ ਸਮਝ ਹੁੰਦੇ ਆ, ਐਕਸਪੀਰੀਅੰਸ ਦੇ ਪੇਰੈਂਟਸ ਹੁੰਦੇ ਆ। ਪੇਰੈਂਟਸ ਵੀ ਆਪ ਹੀ ਲੱਗੇ ਰਹਿੰਦੇ ਵਿਚਾਰੇ। ਉਹ ਕਹਿੰਦਾ ਨਾ ਪਾਪਾ ਮੈਂ
वो कहता बेटा ध्यान रखना, कोई गलत काम नहीं करना। कहता पापा मैं तो आपके पीछे चल रहा हूँ, ਹੁਣ ਬਹੁਤ ਤੁਸੀਂ ਵਧੀਆ, ਦੇਖ ਲਓ ਕਿ ਗਲਤ ਕੰਮ ਤੁਸੀਂ ਕਰਦੇ ਹੋ ਨਹੀਂ ਕਰਦੇ। ਹੁਣ ਕਾਰੀ ਅਗਰ ਤੁਸੀਂ ਖੂਬ ਸਹੀ ਗੱਲ ਹੈ। ਪਾਰਟੀਆਂ ਵਿਸਕੀਆਂ ਤਮਾਸ਼ੇ ਕਰੋਗੇ, ਬੱਚੇ ਵੀ ਉਹੀ ਲਰਨ ਕਰਦੇ ਨੇ। ਮੰਮੀ ਅਗਰ ਸਾਰਾ ਦਿਨ ਫੇਸਬੁੱਕ ਤੇ ਰਹੇਗੀ, ਕੇਅਰ ਹੀ ਨਹੀਂ ਕਰੇਗੀ ਬੱਚਿਆਂ ਦੀ, ਤੇ ਬੱਚੇ ਵੀ ਸਿੱਖ ਜਾਣਗੇ ਧੀਰੇ ਧੀਰੇ। ਸੋ ਦੇ ਨੀਡ ਕੇਅਰ, ਲਵ, ਉਹ ਚੀਜ਼ਾਂ ਮਿਸਿੰਗ ਹੈ ਥੋੜੀ ਜੀ, ਜਿਹੜੀ ਇੰਪੋਰਟੈਂਟ ਚੀਜ਼ਾਂ ਹੈ। ਔਰ ਖੇਡਾਂ ਵੱਲ ਧਿਆਨ ਜ਼ਿਆਦਾ ਥੋੜਾ ਜਿਹਾ। ਜਿਸ ਤਰ੍ਹਾਂ ਦੇ ਤੁਹਾਡੇ ਕੰਮ ਨੇ, ਸਕਸੈਸਫੁਲ ਕਸਟਮਰ ਬੇਸ ਬਣਾਉਣ ਵਾਸਤੇ ਕੀ ਕਰਦੇ ਹੋ ਤੁਸੀਂ? ਐਕਚੁਅਲੀ ਵਨਸ ਅਗੇਨ ਉਹੀ ਹੈ ਕਿ ਅਸੀਂ ਨੈਚੁਰਲੀ ਚੱਲਦੇ ਰਹਿੰਦੇ ਹਾਂ ਆਪਣੇ ਹਿਸਾਬ ਨਾਲ। ਮੈਂ ਬ੍ਰਦਰ ਨੂੰ ਇੱਕੋ ਹੀ ਗੱਲ ਬੋਲਦਾ ਹਮੇਸ਼ਾ ਕਿ ਦੇਖ, ਜਦ ਕੋਈ ਸਾਡੇ ਕੋਲ ਕਸਟਮਰ ਆਇਆ ਨਾ ਕੋਈ ਚੀਜ਼ ਲੈਣ ਜਾਂ ਕੋਈ ਸਰਵਿਸ, ਦੋ ਹੀ ਚੀਜ਼ਾਂ ਨੇ ਦੁਨੀਆ ਤੇ, ਪ੍ਰੋਡਕਟ ਜਾਂ ਸਰਵਿਸ। ਵੈਨ ਹੀ ਹੈਜ਼ ਕਮ ਟੂ ਯੂ ਫॉर ਸਮ ਪ੍ਰੋਡਕਟ ਔਰ ਸਰਵਿਸ, ਤੁਸੀਂ ਜਿੰਨਾ ਹੋ ਸਕਦਾ ਉਹਦਾ ਪੂਰਾ ਸਿੰਸੀਅਰਿਟੀ ਦੇ ਨਾਲ ਵਧੀਆ ਤਰੀਕੇ ਨਾਲ ਉਹਦਾ ਕੰਮ ਕਰਕੇ ਦਿਓ। ਫॉर ਐਗਜ਼ਾਮਪਲ ਵੀ ਆਰ ਐਪਲ ਆਥੋਰਾਈਜ਼ਡ, ਬੋਸ ਆਥੋਰਾਈਜ਼ਡ। ਓਕੇ। ਹੁਣ ਅਗਰ ਐਪਲ ਦਾ ਤੁਸੀਂ ਫੋਨ ਜਾਂ ਬੋਸ ਦਾ ਸਪੀਕਰ ਕਿਧਰੋਂ ਵੀ ਲਓਗੇ, ਉਹ ਸੇਮ ਹੀ ਨਿਕਲਣਾ। ਉਹਦੇ ਡੱਬੇ 'ਚ ਨਾ ਤੇ ਅਸੀਂ ਕੁਝ ਪਾ ਸਕਦੇ ਹਾਂ ਨਾ ਕੱਢ ਸਕਦੇ ਹਾਂ। ਸੋ ਸਟਿਲ ਪੀਪਲ ਪ੍ਰੈਫਰ ਫਰੋਮ ਅਸ, ਬਿਕੋਜ਼ ਉਸ ਟਾਈਮ ਅਸੀਂ ਜਿਹੜਾ ਆਈ ਵੁੱਡ ਸੇ ਅ ਲਿਟਲ ਪਰਸਨਲ ਟੱਚ, ਅ ਲਿਟਲ ਰਿਸਪੈਕਟ, ਅ ਲਿਟਲ ਆਫਟਰ ਸੇਲ ਸਰਵਿਸ ਦਾ ਕਮਿਟਮੈਂਟ। ਹਿੰਦੁਸਤਾਨ ਵਿੱਚ ਆਫਟਰ ਸੇਲ ਸਰਵਿਸ ਨਹੀਂ। ओके। ਤੁਸੀਂ ਕੋਈ ਚੀਜ਼ ਬਾਏ ਕਰ ਲਈ, ਉਹਦੇ ਬਾਅਦ ਕੁਝ ਪ੍ਰੋਬਲਮ ਆ ਗਈ, आप इसको सर्विस सेंटर ले जाओ, आप वहाँ धक्के खाओ, यहाँ धक्के खाओ। नो, ਅਸੀਂ ਕਸਟਮਰ ਦੇ ਬਿਹਾਫ ਤੇ ਫਾਈਟ ਕਰਦੇ ਹਾਂ ਕੰਪਨੀਆਂ ਦੇ ਨਾਲ ਕਿ ਬਈ ਤੁਸੀਂ ਸਾਡੇ ਕਸਟਮਰ ਦਾ ਫੋਨ ਖਰਾਬ ਹੋ ਗਿਆ ਹੈ, ਉਹਦਾ ਟੀਵੀ ਖਰਾਬ ਹੋ ਗਿਆ, ਇਹਨੂੰ ਠੀਕ ਕਰਕੇ ਦਿਓ। ਅਸੀਂ ਆਪ ਉਹਨਾਂ ਦੇ ਸੀਨੀਅਰ ਲੋਕਾਂ ਨੂੰ ਅਪਰੋਚ ਕਰਦੇ ਹਾਂ, ਲੈਟਰਸ ਡਾਲਦੇ ਹਾਂ ਕਸਟਮਰ ਦੇ ਬਿਹਾਫ ਤੇ ਕਿ ਬਈ ਵੀ ਆਰ ਨਾਟ ਸਿਰਫ ਸੈਲਿੰਗ ਤੱਕ ਨਹੀਂ ਹੈ ਸਾਡਾ, ਸਾਡੀ ਬਾਤ ਦੀ ਵੀ ਜ਼ਿੰਮੇਵਾਰੀ ਹੈ। ਠੀਕ ਹੈ। ਸੋ ਅਸੀਂ ਇਸ ਤਰ੍ਹਾਂ ਥੋੜਾ ਸਿੰਸੀਅਰਲੀ ਚੱਲਨੇ ਆ ਤੇ ਸਾਡੀ ਰੈਫਰੈਂਸ ਸੇਲ ਆਉਂਦੀ ਬੜੀ ਜ਼ਿਆਦਾ। ਯਾਨੀ ਕਸਟਮਰ ਰਿਲੇਸ਼ਨਸ਼ਿਪ ਇਜ਼ ਫੋਰਐਵਰ ਫॉर ਯੂ, ਹਮੇਸ਼ਾ ਵਾਸਤੇ ਹੈ। ਸਾਡੀ ਅੱਜ ਵੀ 70% ਸੇਲ ਹੈ ਰੈਫਰੈਂਸ ਤੇ ਹੈ ਜੀ। ਕਈ ਵਾਰੀ ਦੁਕਾਨ ਤੇ ਸਾਡੇ ਪੂਰੇ ਦਿਨ ਦੇ ਅੰਦਰ 10 12 15 ਹੀ, ਖਾਨ ਮਾਰਕੀਟ ਵੀ ਹੈਵ ਅ ਸਟੋਰ, 15 ਜਣੇ ਆਉਂਦੇ, ਬਟ ਸਾਡੀ ਸ਼ਾਮ ਤੱਕ 70 ਡੀਲਸ ਹੋਈ ਹੁੰਦੀਆਂ। So 55 people, they order from their homes or offices and our people would deliver. So ਇਸ ਤਰ੍ਹਾਂ ਸਾਡਾ ਚੱਲਦਾ ਹੈ ਐਵਰੇਜ ਕਿ ਵੀ 30% ਕਮ ਹੈ ਸ਼ੋਰੂਮ ਤੋਂ, ਬਾਕੀ ਸਾਡੇ ਫੇਸ ਵੈਲਿਊ ਤੇ ਚੱਲਦਾ ਹੈ ਸਾਰਾ, ਬਿਕੋਜ਼ ਵੀ ਹੈਵ ਗਿਵਨ ਗੁੱਡ ਸਰਵਿਸ। ਨਾਓ ਮਿਸਟਰ ਰਤਨ ਟਾਟਾ ਕੇਮ ਟੂ ਮਾਈ ਸਟੋਰ, ਹੀ ਇਜ਼ ਦ ਰਿਚੈਸਟ ਪਰਸਨ ਇਨ ਦ ਕੰਟਰੀ। ਰਤਨ ਟਾਟਾ ਸਾਡੇ ਸਟੋਰ ਤੇ ਆਏ, ਮੈਂ ਬੜਾ ਹੈਰਾਨ, ਬੜਾ ਖੁਸ਼। ਅਸੀਂ ਉਹਨਾਂ ਨੂੰ ਡੀਲ ਕੀਤਾ, ਹੱਥ ਕੰਬ ਰਹੇ ਅੰਦਰੋਂ, ਵੈਰੀ ਨਰਵਸ, ਵੈਰੀ ਐਕਸਾਈਟਿਡ ਕਿ ਵੀ ਇੰਨਾ ਵੱਡਾ ਬੰਦਾ ਆ ਗਿਆ ਸਾਡੇ ਕੋਲ। 1.5 ਘੰਟਾ ਬੈਠੇ ਰਹੇ ਇੱਥੇ ਉੱਪਰ ਆ ਕੇ, ਮੇਰਾ ਸ਼ੋਰੂਮ ਸੀ ਇੱਥੇ ਨਾਲ ਹੀ। ਫਿਰ ਮੇਰੇ ਉੱਥੇ ਆਏ ਖਾਨ ਮਾਰਕੀਟ, ਚਲੇ ਗਏ। ਮਜ਼ਾ ਤੇ ਤਾਂ ਆਇਆ, 4 ਦਿਨ ਬਾਅਦ ਮੈਨੂੰ ਕਾਲ ਕੀਤਾ, ਕਹਿੰਦੇ ਗੁਰਵਿੰਦਰ ਜਰਾ ਆਣਾ। ਉੱਥੇ ਤਾਜ ਚੈਂਬਰਸ ਵਿੱਚ ਮੈਨੂੰ ਮਿਲੇ, ਫਿਰ ਕੋਈ ਉਹਨਾਂ ਦਾ ਸੀਗਾ, ਫਿਰ ਉਹਦੇ ਬਾਅਦ ਦੁਬਾਰਾ ਬੁਲਾਇਆ। ਹੁਣ ਮੈਨੂੰ ਅੱਜ ਤੋਂ 1 ਮਹੀਨਾ 1.5 ਮਹੀਨਾ ਪਹਿਲੇ ਕਿਸੇ ਦਾ ਫੋਨ ਆਇਆ, ਕਹਿੰਦੇ ਰਤਨ ਹੈਜ਼ ਗਿਵਨ ਮੀ ਯੂਰ ਨੰਬਰ, ਆਈ ਨੀਡ ਦਿਸ ਪ੍ਰੋਡਕਟ। ਮੈਂ ਤੇ ਹੈਰਾਨ, ਇੱਕਦਮ ਹੈਰਾਨ। ਮੈਂ ਕਿਹਾ ਮਿਸਟਰ ਟਾਟਾ? ਕਹਿੰਦੇ ਯੈਸ, ਵੀ ਵਰ ਟੁਗੇਦਰ ਲਾਸਟ ਨਾਈਟ ਇਨ ਮੁੰਬਈ, ਹੀ ਹੈਜ਼ ਗਿਵਨ ਮੀ ਯੂਰ ਨੰਬਰ। ਸੋ ਅਸੀਂ ਬਾਰ-ਬਾਰ ਸੋਚਦੇ ਹਾਂ ਕਿ ਕਿਹੜਾ ਅਸੀਂ ਉਹਨਾਂ ਨੂੰ ਪਿਆਰ ਕੀਤਾ, ਕਿਹੜੀ ਰਿਸਪੈਕਟ ਦਿੱਤੀ, ਕਿਹੜੀ ਬੋਡੀ ਲੈਂਗੁਏਜ ਟੋਨ ਅਸੀਂ ਯੂਜ਼ ਕੀਤੀ ਹੋਣੀ ਹੈ ਵਿਚ ਹੀ ਮਾਈਟ ਹੈਵ ਲਾਈਕਡ। ਬਟ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਜਿੰਨਾ ਹੋ ਸਕੇ ਪਿਆਰ ਨਾਲ ਸਾਰਾ। ਔਰ ਇਸ ਤਰ੍ਹਾਂ ਸਾਡੇ ਕੋਲ ਰੈਫਰੈਂਸ ਕੋਈ ਬੰਦਾ ਆਉਂਦਾ, ਉਹਦੇ ਫਰੈਂਡਸ ਆ ਜਾਂਦੇ, ਅੱਗੋਂ ਉਹਦੀ ਭਰਜਾਈ ਆ ਜਾਂਦੀ, ਉਹਦੀ ਸਿਸਟਰ ਆ ਜਾਂਦੀ, ਜੀਜਾ ਆ ਜਾਂਦਾ, ਉਹਦੇ ਹੋਰ ਸਰਕਲ ਦੇ ਬੰਦੇ ਆ ਜਾਂਦੇ। ਸੋ ਇਸ ਤਰ੍ਹਾਂ ਸਾਡਾ ਬਣਿਆ ਹੋਇਆ ਸਰਕਲ ਸਿਸਟਮ। ਤੇ ਮਿਸਟਰ ਅਨਿਲ ਅੰਬਾਨੀ ਦਾ ਅਸੀਂ ਘਰ ਕੰਮ ਕੀਤਾ ਇੱਥੇ ਦਿੱਲੀ, ਅਮਿਤਾਭ ਬੱਚਨ ਉਹਨਾਂ ਦੀ ਪੂਰੀ ਫੈਮਿਲੀ ਦਾ ਘਰ ਦਾ ਕੰਮ ਅਸੀਂ ਕਰਦੇ ਹਾਂ ਦਿੱਲੀ ਦੇ ਅੰਦਰ, ਇੱਥੇ ਗੁਲਮੋਹਰ ਪਾਰਕ। ਉਹਦੇ ਇਲਾਵਾ ਵਸੀਮ ਅਕਰਮ ਪਾਕਿਸਤਾਨੀ ਬੋਲਰ, ਐਲਨ ਬਾਰਡਰ, ਸੁਰੇਸ਼ ਰਾਇਨਾ, ਮੁਰਲੀ ਕਾਰਤਿਕ, ਵਿਨੋਦ ਖੰਨਾ, ਕਿਰਨ ਖੇਰ, ਰਿਸ਼ੀ ਕਪੂਰ, ਨੀਤੂ ਸਿੰਘ, ਰਣਬੀਰ ਕਪੂਰ, ਅਕਸ਼ੇ ਕੁਮਾਰ, ਇਹ ਸਭ ਸਾਡੇ ਕਸਟਮਰ ਹੈ। ਇਹਨਾਂ ਦਾ ਸਾਰਿਆਂ ਦਾ ਕੰਮ ਅਸੀਂ ਕਰਦੇ ਹਾਂ। ਔਰ ਦਿੱਲੀ ਦੇ ਅੰਦਰ ਜਦ ਵੀ ਆਉਂਦੇ ਆ ਮਿਲਣਾ ਵੀ ਹੋ ਜਾਂਦਾ ਹੈ। ਰਿਸ਼ੀ ਕਪੂਰ, ਨੀਤੂ ਸਿੰਘ ਵੁੱਡ ਲਾਈਕ ਸਿਟ ਨੈਕਸਟ ਟੂ ਮੀ ਫॉर ਆਵਰਸ, 2-2 ਘੰਟੇ। ਉਹ ਬਾਹਰ ਸਾਰਾ ਰਸ਼ ਲੱਗ ਜਾਂਦਾ ਹੈ ਔਰ ਇੱਕਦਮ ਸਾਰਾ ਹਟਾਉਣਾ ਪੈਂਦਾ ਇੱਕਦਮ ਕਰਕੇ। ਬਟ ਇੰਨਾ ਸਾਨੂੰ ਬੰਬੇ ਛੋੜ ਕੇ ਪੂਰਾ ਦਿੱਲੀ ਤੋਂ ਬਾਏ ਕਰਨਾ। ਅੱਜ ਵੀ ਬੰਬੇ ਤੋਂ ਨੀਤੂ ਜੀ ਦਾ ਆਰਡਰ ਆਉਂਦਾ ਹੈ ਕਿ ਗੁਰਵਿੰਦਰ ਇਹ ਭਿਜਵਾ ਦਿਓ, ਤੇ ਸਾਨੂੰ ਬੜਾ ਮਜ਼ਾ ਆਉਂਦਾ, ਅੱਛਾ ਲੱਗਦਾ ਹੈ। ਯੈਸ, ਆਈ ਕੈਨ ਸ਼ੋ ਯੂ ਦਾ WhatsApp ਮੈਸੇजेस ਐਂਡ ਐਵਰੀਥਿੰਗ। ਉਹਨੇ ਵੀ ਆਉਂਦਾ, ਡੈਥ ਤੋਂ ਬਾਅਦ ਵੀ ਆਇਆ ਰਿਸ਼ੀ ਜੀ ਦੇ, ਤੇ ਸਾਰਾ ਸਾਡੇ ਕੋਲ ਵੀ ਬਾਏ ਕਰਦੇ ਨੇ। ਸੋ ਵੀ ਟਰਾਈ ਟੂ ਗਿਵ ਅਟਮੋਸਟ ਰਿਸਪੈਕਟ ਔਰ ਪਰਸਨਲ ਟੱਚ। ਜ਼ੋਰ ਲੱਗਦਾ ਬੜਾ, ਬਹੁਤ ਜ਼ੋਰ ਲੱਗਦਾ। ਮੇਰੇ ਬ੍ਰਦਰ ਦੇ ਹੈ 100 'ਚੋਂ 100 ਨੰਬਰ, ਉਹ ਦਿਨ ਭਰ ਪੂਰਾ ਲਗਾ ਕੇ ਫਿਰ ਪਿੱਛੇ
ਸਟਾਫ ਨੂੰ ਵੀ ਇਹ ਟ੍ਰੇਨਿੰਗ ਦੇਈਦੀ ਹੈ ਕਿ ਵੀ ਤੁਸੀਂ ਅੱਛੇ ਤਰੀਕੇ ਨਾਲ ਡੀਲ ਕਰੋ, ਸੋ ਦੈਟ ਵੀ ਗੈਟ them ਬੈਕ। ਅੱਛਾ, ਕੋਈ ਵੀ ਐਂਟਰਪ੍ਰੀਨਿਓਰ ਹੋਵੇ, ਟੀਮ ਵਰਕ ਹੁੰਦਾ ਸਾਰਾ, ਟੀਮ ਤੋਂ ਬਿਨਾ ਸ਼ਾਇਦ ਬੜਾ ਹੀ ਮੁਸ਼ਕਿਲ ਹੈ ਅੱਗੇ ਵਧਣਾ। ਠੀਕ ਹੈ, ਇਕੱਲਾ ਬੰਦਾ ਆਈਡੀਆ ਜ਼ਰੂਰ ਲੈ ਕੇ ਆ ਸਕਦਾ ਹੈ, ਲੇਕਿਨ ਜਦ ਆਈਡੀਆ ਦੀ ਇੰਪਲੀਮੈਂਟੇਸ਼ਨ ਹੁੰਦੀ ਹੈ ਤਾਂ ਇੱਕ ਟੀਮ ਚਾਹੀਦੀ ਹੈ। ਤੇ ਜਦ ਤੁਸੀਂ ਆਪਣੀ ਟੀਮ ਚੂਜ਼ ਕਰਦੇ ਹੋ ਫਿਰ ਕੀ ਦੇਖਦੇ ਹੋ ਉਹਨਾਂ 'ਚ? ਟੀਮ ਦੇ ਅੰਦਰ ਵੀ ਇਹੀ ਅਸੀਂ ਟ੍ਰੇਟਸ ਦੇਖਦੇ ਹਾਂ। ਸਭ ਤੋਂ ਪਹਿਲੇ ਸਿੰਸੀਅਰਿਟੀ ਦੇਖਦੇ ਹਾਂ, ਸਿੰਸੀਅਰਿਟੀ, ਹਾਰਡ ਵਰਕਿੰਗ। ਕਿਉਂਕਿ ਮੇਰੇ ਕਿਸੇ ਸਿਆਣੇ ਨੇ ਮੈਨੂੰ ਸਮਝਾਇਆ ਸੀ, ਕਹਿੰਦੇ ਸਿੰਸੀਅਰ ਆਦਮੀ ਨੂੰ ਸਮਾਰਟ ਬਣਾਇਆ ਜਾ ਸਕਦਾ, ਸਮਾਰਟ ਨੂੰ ਸਿੰਸੀਅਰ ਨਹੀਂ ਬਣਾਇਆ ਜਾ ਸਕਦਾ। ਜਿਹਦਾ ਬੇਸ ਸਟਰੋਂਗ ਹੈ ਨਾ, ਜਿਹਦੀ ਫਾਊਂਡੇਸ਼ਨ ਅੱਛੀ ਹੈ, ਉਹਦੇ ਉੱਪਰ ਇਮਾਰਤ ਖੜੀ ਕੀਤੀ ਜਾ ਸਕਦੀ ਹੈ। ਜਿਹੜੀ ਇਮਾਰਤ ਬਣ ਗਈ ਹੈ ਉਹਦੀ ਫਾਊਂਡੇਸ਼ਨ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਸੋ ਐਕਚੁਅਲੀ ਫਾਊਂਡੇਸ਼ਨ ਇਜ਼ ਸਿੰਸੀਅਰਿਟੀ, ਯੈਸ, ਹਾਰਡ ਵਰਕ, ਜਿਹੜੀ ਲਾਇਲਟੀ। ਸੋ ਅਸੀਂ ਇਹੀ ਗੁਣ ਦੇਖ ਕੇ ਆਪਣੀ ਤਰਫੋਂ ਲਿਆਉਂਦੇ ਹਾਂ। ਫਿਰ ਉਹ ਕੰਪਨੀ ਦੇ ਕਲਚਰ ਦੇ ਨਾਲ ਉਹ ਹੁੰਦੇ ਆ ਮਰਜ ਧੀਰੇ ਧੀਰੇ। ਐਂਡ ਆਈ ਵੁੱਡ ਸੇ ਆਈ ਹੈਵ ਅ ਗ੍ਰੇਟ ਟੀਮ। ਤਾਂ ਮੇਰਾ ਬ੍ਰਦਰ ਹੀ ਹੈ ਨੰਬਰ 1 ਤੇ ਪਿਲਰ ਪੂਰਾ। ਨਾਲ ਫਿਰ ਸਾਡਾ ਉੱਥੇ ਸਟੋਰ ਮੈਨੇਜਰ ਹੈ, ਉਹਦੇ ਨਾਲ ਹੈ। ਸੋ 10-10, 12-12, 15-15 ਸਾਲ ਤੋਂ ਲੋਕ ਹੈ ਸਾਡੇ ਕੋਲ। ਸੋ ਅੱਛੀ ਟੀਮ ਹੈ ਸਾਡੇ ਕੋਲ, ਐਂਡ ਵੀ ਹੈਵ ਵੈਰੀ ਗੁੱਡ ਪਲਾਨਸ ਇਨ ਦੀ ਕਮਿੰਗ ਟਾਈਮਸ ਐਜ਼ ਵੈਲ। ਕੋਵਿਡ ਨੇ ਥੋੜਾ ਹਿਲਾਇਆ, ਪਰੇਸ਼ਾਨ ਕੀਤਾ, ਬਟ ਵੀ ਆਰ ਆਲਮੋਸਟ ਬੈਕ ਔਨ ਦਾ ਟਰੈਕ। ਸੋ ਵਾਹਿਗੁਰੂ ਕਰੇਗਾ ਅੱਛਾ ਜਾਏਗਾ ਅੱਗੇ ਵੀ ਸਾਰਾ। ਅੱਛਾ, ਹਰ ਕਿਸ ਦੀ ਲਾਈਫ 'ਚ ਕਈ ਵਾਰ ਐਵੇਂ ਹੁੰਦਾ ਹੈ, ਕੁਝ ਫੈਸਲਾ ਤੁਸੀਂ ਕੀਤਾ, ਥੋੜਾ ਕਨਫਿਊਜ਼ਨ ਰਹਿੰਦਾ ਹੈ ਜਾਂ ਫਿਰ ਡਾਊਟ ਜ਼ਰੂਰ ਰਹਿੰਦਾ ਹੈ। ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਤੁਹਾਡੀ ਸਾਹਮਣੇ ਕਦੇ ਆਈ ਹੋਵੇ, ਤੁਸੀਂ ਫਿਰ ਕਿਸ ਤਰ੍ਹਾਂ ਸਾਹਮਣਾ ਕਰਦੇ ਹੋ ਉਹਦਾ, ਕਿਸ ਤਰ੍ਹਾਂ ਨਿਕਲਦੇ ਹੋ ਉਸ ਸਿਚੁਏਸ਼ਨ ਤੋਂ? ਮੇਰਾ ਗੁਰਬਾਣੀ ਸਾਥ ਦਿੰਦੀ ਹੈ। ਕਿਸ ਤਰ੍ਹਾਂ, ਇਹ ਵੀ ਦੱਸ ਦਿਓ ਫਿਰ। ਦੇਖੋ, ਪਹਿਲੇ ਤੇ ਭਰੋਸਾ ਹੈ। ਓਕੇ, ਔਖੀ ਘੜੀ ਨਾ ਦੇਖਣ ਦੇਈ, ਅਸੀਂ ਪੜ੍ਹਦੇ ਸੀ ਦਹੀਂ। ਦਹੀਂ ਹੁੰਦਾ ਹੈ ਕਿ ਇਹ ਵਾਹਿਗੁਰੂ ਮੈਨੂੰ ਔਖੀ ਘੜੀ ਦੇਖਣ ਨਾ ਦੇਣਾ। ਔਖੀ ਘੜੀ ਨਾ ਦੇਖਣ ਦੇਈ, ਕਿਸੇ ਨੇ ਸਮਝਾਇਆ ਕਿ ਬਿੰਦੂ ਨਹੀਂ ਹੈ ਉੱਪਰ, ਦੇਈ ਦਾ ਮਤਲਬ ਹੁੰਦਾ ਮੈਨੂੰ ਦੇਖਣ ਹੀ ਨਹੀਂ ਦਿੰਦਾ ਕਦੀ। ਓਕੇ, ਆਪਣਾ ਬਿਰਧ ਸੰਭਾਲੇ। ਉਹਦਾ ਸੁਭਾਅ ਵੀ ਇਸ ਤਰ੍ਹਾਂ, ਆਪਣੇ ਬੰਦਿਆਂ ਦਾ ਬੜਾ ਖਿਆਲ ਰੱਖਦਾ ਹੈ। ਅਸੀਂ ਵਾਹਿਗੁਰੂ ਦੇ ਫੇਵਰੇਟ ਬੱਚੇ ਆ, ਪੱਕੀ ਗੱਲ। ਮੈਂ ਇਹੀ ਕਹਿਣ ਵਾਲੀ ਸੀ, ਮੈਂ ਕਿਹਾ ਗੁਰਵਿੰਦਰ ਜੀ ਮੈਨੂੰ ਲੱਗਦਾ ਫੇਵਰੇਟ ਚਾਈਲਡ ਹੈ ਨਾ ਵਾਹਿਗੁਰੂ ਜੀ ਦੇ। ਬਹੁਤ ਫੇਵਰੇਟ ਹੈ, ਬਹੁਤ ਹੀ ਫੇਵਰੇਟ ਹੈ। ਤੇ ਪਹਿਲੇ ਤੇ ਔਖੀ ਘੜੀ ਦੇਖਣ ਨਹੀਂ ਦਿੰਦਾ। ਕੋਈ ਆਂਦੀ ਵੀ ਹੈ ਤੁਹਾਨੂੰ ਉਸ ਤੋਂ ਵੱਡਾ ਕਰ ਦਿੰਦਾ, ਉਹ ਥੱਲੇ ਰਹਿ ਜਾਂਦੀ ਚੀਜ਼। ਉਹਦੇ ਇਲਾਵਾ ਫਿਰ ਉਹੀ ਗੁਰਬਾਣੀ ਅਗੇਨ ਕਿ ਬਈ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ, ਕਿ ਬਈ ਉਹ ਫਿਰ ਵਾਹਿਗੁਰੂ ਦੇ ਨਾਲ ਹੀ ਥੋੜਾ ਇਕਮਿਕ ਹੋ ਜਾਓ। ਫਿਰ ਕੋਈ ਨਾ ਕੋਈ ਤੁਹਾਨੂੰ ਮੈਸੇਜ ਆਉਂਦਾ ਹੈ, ਫਿਰ ਕੋਈ ਨਾ ਕੋਈ ਸੋਲੂਸ਼ਨ ਆਉਂਦਾ ਹੈ, ਕਿਸੇ ਨਾਲ ਰਸਤੇ ਆਉਂਦੇ ਹੈ। ਜੁੜੇ ਰਹੋ ਥੋੜਾ ਜਿਹਾ। ਸਿੱਖ ਕਮਿਊਨਿਟੀ ਲੈ ਕੇ ਤੁਸੀਂ ਕੀ ਸੋਚਦੇ ਹੋ? ਮੈਨੂੰ ਤੁਹਾਨੂੰ ਲੱਗਦਾ ਕਿ ਆਪਣੀ ਸਿੱਖ ਕਮਿਊਨਿਟੀ ਜੋ ਐਂਟਰਪ੍ਰੀਨਿਓਰਸ ਹੈ, ਕਿਸੇ ਤਰ੍ਹਾਂ ਦੀ ਸਾਡੀ ਕੋਈ ਡਿਊਟੀ ਹੁੰਦੀ ਹੈ, ਰਿਸਪੌਂਸਿਬਿਲਿਟੀ ਬਣਦੀ ਹੈ, ਕੁਝ ਕਰਨਾ ਚਾਹੀਦਾ ਹੈ? See, I'm not being Sampradayak, but they are most beautiful people on this earth. ਉਹ ਸਾਡੇ ਗੁਰੂਆਂ ਦੀ ਵਜ੍ਹਾ ਨਾਲ ਹੈ। ਸੋ ਗੁਰੂ ਸਾਹਿਬਾਨ ਨੇ ਜੋ, ਅਸੀਂ ਉਹਨਾਂ ਦਾ ਜੀਵਨ ਅਗਰ ਅਸੀਂ ਦੇਖੀਏ ਧਿਆਨ ਨਾਲ, ਉਹ ਸਾਰਿਆਂ ਨੇ ਇੱਕ ਤੋਂ ਇੱਕ ਐਗਜ਼ਾਮਪਲ, ਦੁਨਿਆਵੀ ਤੌਰ ਤੇ ਇੱਕ ਤੋਂ ਇੱਕ ਐਗਜ਼ਾਮਪਲ ਸਾਨੂੰ ਦਿੱਤੇ। ਗੁਰੂ ਨਾਨਕ ਦੇਵ ਜੀ ਨੇ ਪੂਰਾ ਵਰਲਡ ਉਸ ਟਾਈਮ ਤੇ ਬਿਲਕੁਲ 4 ਜਿਹੜੀ ਆਪਣੀ ਯੈਸ, 4 ਉਦਾਸੀਆਂ, 4 ਯਾਤਰਾਵਾਂ ਕੀਤੀਆਂ। ਮਤਲਬ ਇੰਨਾ ਉਹਨਾਂ ਦੇ ਅੰਦਰ ਸੀਗਾ ਕਿ ਬਈ ਆਈ ਵਾਂਟ ਟੂ ਸ਼ੇਅਰ। ਮਤਲਬ ਮੈਂ ਹੈਰਾਨ ਹੋ ਜਾਂਦਾ, ਈਰਾਨ, ਬਗਦਾਦ, ਇੱਥੇ ਅੱਧਾ ਘੰਟਾ ਪਲੇਨ ਲੇਟ ਹੋ ਜਾਂਦਾ ਤੇ ਲੋਕ ਐਵੇਂ ਟੈਨਸ਼ਨ ਹੀ 'ਚ ਆ ਜਾਂਦੇ ਕਿ ਵੀ ਅਬ ਕਬ ਉਤਰੇਗਾ ਨੀਚੇ, ਕਬ ਉਤਰੇਗਾ, ਟ੍ਰੇਨ ਆਧਾ ਘੰਟਾ ਲੇਟ ਹੈ। ਮਤਲਬ ਘਰੋਂ ਨਿਕਲ ਜਾਣਾ, ਕੋਈ GPS ਨਹੀਂ ਹੈ, ਕੋਈ ਮਤਲਬ ਸੂਰਜ ਦੇ ਹਿਸਾਬ ਨਾਲ ਡਾਇਰੈਕਸ਼ਨ ਪਲੈਨਿੰਗ। ਆਮ ਬੰਦਾ ਇੱਕ 30 to 40 ਕਿਲੋਮੀਟਰ ਪਰ ਡੇ ਚੱਲਦਾ, ਮਤਲਬ ਹਜ਼ਾरों ਕਿਲੋਮੀਟਰ ਚੱਲੀ ਜਾਣਾ ਅਗਲੇ ਸ਼ਹਿਰ। ਫਿਰ ਰਸਤੇ 'ਚ ਕੋਈ ਜਾਨਵਰ ਹੈ, ਕੋਈ ਬੰਦਾ ਹੈ, ਅਟੈਕ ਕਰ ਰਿਹਾ, ਕੋਈ ਚੱਕਰ ਹੈ, ਬਟ ਅੰਦਰ ਕੁਝ ਭਰਿਆ ਹੋਇਆ ਕਿ ਨਹੀਂ, ਆਈ ਹੈਵ ਟੂ ਸ਼ੇਅਰ, ਆਈ ਹੈਵ ਟੂ ਸ਼ੇਅਰ। ਪੂਰੀ ਦੁਨੀਆ ਨੂੰ ਹੀ ਇੰਨਾ ਫੈਲਿਆ ਹੋਇਆ ਹੈ, ਜਗਤ ਜਲੰਦਾ ਰੱਖ ਲੈ ਵਲਭ ਸਾਰਾ। ਫਿਰ ਗੁਰੂ ਅੰਗਦ ਦੇਵ ਜੀ ਪੂਰੀ ਸੇਵਾ ਦੇ ਪੁੰਜ, ਗੁਰੂ ਅਮਰਦਾਸ ਜੀ, ਫਿਰ ਅੱਗੇ ਗੁਰਮੁਖੀ, ਜੋ ਉਸ ਟਾਈਮ ਦੀ ਸਮਾਜਿਕ ਕੁਰੀਤੀਆਂ ਸਾਰੀਆਂ ਉਹਨਾਂ ਨੂੰ ਕਟਾਸ਼ ਕਰਦੇ ਚਲੇ ਗਏ। ਪੂਰੇ ਮੁਗਲ ਅੰਪਾਇਰਸ ਨੂੰ ਹਰ ਜਗ੍ਹਾ ਤੇ ਪ੍ਰੋਟੈਸਟ ਕੀਤਾ ਜਿੱਥੇ ਜਿੱਥੇ ਕਰਨਾ ਸੀ। ਹੁਣ ਦੇਖੋ ਨਾ, ਅੱਜ ਦੇ ਤੁਸੀਂ ਕੋਈ ਗਵਰਨਮੈਂਟ ਨਾਲ ਜਾਂ ਉਹਦੇ ਨਾਲ ਤੁਸੀਂ ਫਾਈਟ ਕਰੋਗੇ, ਯੂ ਆਰ ਆਲਵੇਜ਼ ਸਕੇਅਰਡ। ਉਹ ਤੇ ਸਮੇਂ ਤੇ ਰਾਜਿਆਂ ਨਾਲ ਲੜ ਗਏ ਪੂਰੇ, ਬਾਬਰ ਨਹੀਂ ਤੂੰ ਜਾਬਰ ਹੈ, ਜ਼ਾਲਿਮ ਬੰਦਿਆਂ ਨਾਲ। ਗੁਰੂ ਅਰਜਨ ਦੇਵ ਜੀ ਤੋਂ ਸ਼ਹੀਦੀਆਂ ਸ਼ੁਰੂ ਹੋਈਆਂ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਮੀਰੀ ਪੀਰੀ, ਗੁਰੂ ਹਰਰਾਏ ਸਾਹਿਬ ਨੇ ਕੀਤੀਆਂ ਫਾਈਟਸ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣੇ ਹਿਸਾਬ ਨਾਲ ਇੱਥੇ ਬੰਗਲਾ ਸਾਹਿਬ ਗੁਰਦੁਆਰੇ ਸਾਰਾ। ਗੁਰੂ ਤੇਗ ਬਹਾਦਰ ਜੀ ਨੇ ਐਡੀ ਵੱਡੀ ਸ਼ਹਾਦਤ। ਗੁਰੂ ਗੋਬਿੰਦ ਸਿੰਘ ਜੀ ਦਾ ਉਹਦਾ ਕੋਈ ਐਗਜ਼ਾਮਪਲ, ਮੁਕਾਬਲਾ ਹੀ ਨਹੀਂ ਹੈ ਪੂਰੀ ਦੁਨੀਆ ਦੇ ਇਤਿਹਾਸ ਤੇ। ਸੋ ਗੁਰੂ ਸਾਹਿਬ ਨੇ ਸਾਨੂੰ ਬਾਰ ਬਾਰ ਇਹੀ ਸਿਖਾਇਆ ਕਿ ਯੂ ਆਰ ਨਾਟ ਹੇਅਰ ਫॉर योर ओन,
ਪਹਿਲੇ ਆਪਣੇ ਜੋਗੇ ਬਣ ਜਾਓ, ਫਿਰ ਤੁਸੀਂ ਅੱਗੇ ਦੇਖੋ ਕਿ ਕਿੱਥੇ ਹੈ। ਮੈਂ ਹੁਣ ਕਈ ਵਾਰ ਸੋਚਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ 4 बेटे ਸੀ। वो कहते जी हिंदुस्तान में हिंदुओं की बहू बेटियां उठा कर ले जाते थे। वो ना तो उन्होंने बहू सी ना कोई बेटी सी। दे ही कुड हैव इग्नोर्ड कि ठीक है किसी की बहू बेटी ले जा रहे हैं, ले जान दो। हाँ सही बट गल है, नहीं, बिल्कुल नहीं। सोकत जाने पीर पराई। वो किसी दी पीर जो पराई पीर है ਉਹਨੂੰ ਉਹਨਾਂ ਨੇ ਆਪਣੀ ਸਮਝਿਆ, ਫਾਈਟ ਸਟਾਰਟ ਕੀਤੀ। ਜਿੰਨਾ ਕੁ ਨੁਕਸਾਨ ਕਿਸੇ ਦਾ ਦੁਨਿਆਵੀ ਤੌਰ ਤੇ ਹੋ ਸਕਦਾ ਹੈ ਉਹਨਾਂ ਹੋਇਆ ਉਹਨਾਂ ਦਾ। ਬੱਚੇ, ਫਾਦਰ, ਮਦਰ और सारा आप ही जंगलों के अंदर पूरा सिख छोड़ के चले गए एंड व्हाट नॉट, लेकिन बैठे हैं अपना आराम नाल, सारा कुछ है। सो दे हैव गिवन अस दी इंस्पिरेशन कि भाई लाइफ के अंदर तुसी किन्नियां भी मुश्किलां आंदियां सानू ਉਹਦੇ ਮੁਕਾਬਲੇ देखा जाए। ਸਾਨੂੰ ਆਪਣੀ ਕਮਿਊਨਿਟੀ ਵਾਸਤੇ, ਕੁਝ ਸਿੱਖ ਕਮਿਊਨਿਟੀ ਵਾਸਤੇ ਕੁਝ ਸੋਚਣਾ ਚਾਹੀਦਾ ਹੈ, ਕੁਝ ਕਰਨਾ ਚਾਹੀਦਾ ਹੈ। यस, ज़रूर सोचना चाहिए। देखो मानवता वास्ते ही सोचना चाहिए। और ਹੁਣ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਟਾਈਮ ਤੇ ਅਗਰ ਅਸੀਂ ਲਰਨ ਕਰਨ ਦੀ ਕੋਸ਼ਿਸ਼ ਕਰੀਏ ਤੇ ਉਹ ਹਿੰਦੂ ਸੀ, ਮੁਸਲਮਾਨ ਸੀ, ਉਹਨਾਂ ਨੇ ਕਦੀ ਫਰਕ ਨਹੀਂ ਪਾਇਆ। ਨਹੀਂ, ਕਦੇ ਵੀ ਨਹੀਂ ਕੀਤਾ, ਰਾਈਟ। ਈਵਨ ਲੋਕ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਉਸ ਤਰੀਕੇ ਨਾਲ ਨਹੀਂ ਸਮਝਦੇ ਆ। ਉਹ ਸੋਚਦੇ ਆ ਕਿ ਕੋਈ ਇਹਨਾਂ ਦੀ ਕੋਈ ਆਪਣੀ ਪਰਸਨਲ ਲੜਾਈ ਸੀ ਜਾਂ ਕਿਸ ਤਰ੍ਹਾਂ ਹੈ। ਕੋਈ ਪਰਸਨਲ ਲੜਾਈ ਨਹੀਂ ਸੀ। ਗੁਰੂ ਤੇਗ ਬਹਾਦਰ ਜੀ ਨੇ ਵੀ ਕਿਹਾ ਸੀ ਔਰੰਗਜ਼ੇਬ ਨੂੰ ਕਿ ਤੂੰ ਧਰਮ ਨਾ ਬਦਲ ਕਿਸੇ ਦਾ, ਜਿਹੜਾ ਕੋਈ ਆਪਣੇ ਧਰਮ ਵਿੱਚ ਉਹਨੂੰ ਰਹਿਣ ਦੇ। ਇਟ ਇਜ਼ ਨਾਟ ਕਿ ਤੂੰ ਉਹ ਵਾਲਾ ਮਾੜਾ ਹੈ, ਉਹ ਵਾਲਾ ਚੰਗਾ ਹੈ। ਸਿਮਿਲਰਲੀ ਅਸੀਂ ਵੀ ਹੁਣ ਹਿੰਦੁਸਤਾਨ ਵਿੱਚ ਰਹਿੰਦੇ ਹਾਂ, ਇੱਥੇ ਇੰਨੇ ਧਰਮਾਂ ਦੇ ਲੋਕ ਹੈ ਸਾਰੇ ਪਾਸੇ। ਵੀ ਸ਼ੁੱਡ ਰੈਸੀਪ੍ਰੋਕੇਟ, ਜਿੰਨਾ ਵੀ ਵਾਹਿਗੁਰੂ ਸਾਨੂੰ ਹਿੰਮਤ ਦੇ। ਔਰ ਫਿਰ ਥੋੜ੍ਹਾ ਜਿਹਾ ਹਰ ਬੰਦੇ ਦੇ ਅੰਦਰ ਹੀ ਆਪਣੀ ਕਮਿਊਨਿਟੀ ਦੇ ਪ੍ਰਤੀ ਹੁੰਦਾ ਹੈ। ਵੀ ਬੀਇੰਗ ਸਿੱਖ, ਬੋਰਨ ਐਂਡ ਬ੍ਰੌਟ ਅਪ ਇਨ ਅ ਸਿੱਖ ਫੈਮਿਲੀ, ਸਾਨੂੰ ਹੁੰਦਾ ਹੈ ਕਿ ਅਸੀਂ ਕਰੀਏ। ਬਟ ਅਸੀਂ ਸ਼ੁਰੂ ਤੋਂ ਬਚਪਨ ਤੋਂ ਹੀ ਰਹੇ ਨਾਲ। ਬੰਗਾਲੀ ਫੈਮਿਲੀ ਰਹਿੰਦੀ ਹੈ, ਇੱਧਰ ਹਿੰਦੂ ਪਰਿਵਾਰ ਰਹਿੰਦਾ ਹੈ, ਉੱਧਰ ਸ਼ਰਮਾ ਜੀ ਰਹਿੰਦੇ, ਉੱਧਰ ਵਰਮਾ ਜੀ ਰਹਿੰਦੇ ਹੈ। ਸਾਰਿਆਂ ਨਾਲ ਹੀ ਇਕੱਠੇ ਵੱਡੇ ਹੋਏ, ਸਾਰਾ ਕੁਝ ਦੇਖਿਆ। ਦਿਲ ਤੇ ਕਰਦਾ ਜਿਹਦਾ ਵੀ ਕੋਈ ਕਰ ਸਕਦੇ ਆ ਹੈਲਪ ਜਾਂ ਕਿਸ ਤਰ੍ਹਾਂ ਕਰੀਏ। ਬਟ ਹਾਂ, ਸਿੱਖਾਂ ਦੀ ਥੋੜਾ ਜਿਹਾ ਹੋਰ, ਆਈ ਡੋਂਟ ਨੋ ਹਾਊ ਟੂ ਸੇ ਦਿਸ, ਬਟ ਥੋੜਾ ਜਿਹਾ ਐਕਸਟਰਾ ਸੌਫਟ ਕਾਰਨਰ ਆ ਜਾਂਦਾ ਕਈ ਵਾਰੀ ਕਿਸੇ ਨੂੰ ਦੇਖਦੇ ਆ, ਮਿਲਦੇ ਆ। ਸੋ ਜਿੰਨੀ ਵਾਹਿਗੁਰੂ ਹਿੰਮਤ ਦਿੰਦਾ ਕਰਦੇ ਆ, ਕਰਨੀ ਚਾਹੀਦੀ ਹੈ, ਸਭ ਨੂੰ ਕਰਨੀ ਚਾਹੀਦੀ ਹੈ। ਓਕੇ। ਕੋਈ ਵੀ ਅੱਜ ਕੱਲ੍ਹ ਆਪਾਂ ਜੋ ਅੱਜ ਦੀ ਯੂਥ ਹੈਗੀ ਹੈ, ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਤਾਂ ਅਕਸਰ ਐਵੇਂ ਹੁੰਦਾ ਹੈ, ਜਿਵੇਂ ਤੁਸੀਂ ਕਿਹਾ ਚੈਲੰਜਸ ਔਰ ਫੇਲਰਸ ਆਰ ਦਾ ਪਾਰਟ ਆਫ ਦ ਜਰਨੀ ਫॉर एवरीवन। ਸਭ ਦੀ ਲਾਈਫ 'ਚ ਐਵੇਂ ਹੁੰਦਾ ਜ਼ਰੂਰ। ਮੇਰੇ ਖਿਆਲ 'ਚ ਸ਼ਾਇਦ ਤੁਹਾਨੂੰ ਉਹ ਸਟਰੋਂਗ ਬਣਾਉਣ ਵਾਸਤੇ ਵੀ ਇਹਨਾਂ ਦੀ ਜ਼ਰੂਰਤ ਵੀ ਪੈਂਦੀ ਹੈ। ਜਲਦੀ ਹਾਰ ਜਾਂਦੇ ਆ, ਰਸਤਾ ਮਤਲਬ ਬਦਲ ਲੈਂਦੇ ਆ, ਜਾਂ ਫਿਰ ਬੰਦ ਕਰ ਦਿੰਦੇ ਆ ਆਪਣਾ ਕੰਮ, ਕੁਝ ਹੋਰ ਟਰਾਈ ਕਰਦੇ ਆ। ਉਹਨਾਂ ਵਾਸਤੇ ਤੁਸੀਂ ਕੁਝ ਕਹਿਣਾ ਚਾਹੋਗੇ ਆਪਣੀ ਐਕਸਪੀਰੀਅੰਸ ਦੇ ਹਿਸਾਬ ਤੇ? ਦੇਖੋ ਗੱਲ ਘੁੰਮ ਫਿਰ ਕੇ ਨਾ ਉਧਰ ਹੀ ਆਏਗੀ ਹਮੇਸ਼ਾ। ਉਹ ਕਹਿੰਦੇ ਨੇ ਜਿਹੜੀ ਪੇੜ ਦੇ ਨਾਲ ਲੱਗੀ ਹੈ ਨਾ, ਉਹ ਹੈ ਟਾਹਣੀ। ਟਾਹਣੀ ਦੇ ਉੱਪਰ ਫਲ ਵੀ ਲੱਗਣਗੇ, ਫੁੱਲ ਵੀ ਲੱਗਣਗੇ, ਬਿਕੋਜ਼ ਉਹਨੂੰ ਪੇੜ ਤੋਂ ਜਿਹੜਾ ਸਾਰਾ ਪਾਣੀ ਔਰ ਸੂਰਜ ਦੀ ਰੋਸ਼ਨੀ ਆ ਰਹੀ ਹੈ। ਸੋ ਇਹੀ ਹੈ ਦੁਨੀਆ ਦਾ ਮਕੈਨਿਜ਼ਮ। ਔਰ ਪੇੜ ਤੋਂ ਜਿਹੜੀ ਟੁੱਟ ਜਾਂਦੀ ਹੈ ਉਹਨੂੰ ਕਹਿੰਦੇ ਸੋਟੀ। ਸੋਟੀ ਫਿਰ ਉਹ ਬੱਚੇ ਛੋਟੇ ਇਸ ਤਰ੍ਹਾਂ ਟਾਇਰ ਚਲਾਉਂਦੇ ਉਹਦੇ ਨਾਲ ਜੀ, ਔਰ ਉਹਨੂੰ ਐਵੇਂ ਸੁੱਟ ਦਿੰਦੇ ਆ, ਉੱਥੇ ਘੁੰਮਦੇ। ਜੇ ਜੁੜੇ ਰਹੋਗੇ ਆਪਣੇ ਸੈਂਟਰ ਨਾਲ, ਗੁਰਬਾਣੀ ਨਾਲ, ਆਪਣੇ ਗੁਰੂ ਨਾਲ, ਫਿਰ ਚੀਜ਼ਾਂ ਆਉਣਗੀਆਂ, ਨਿਕਲ ਜਾਣਗੀਆਂ। ਯਾਨੀ ਕਿਹਾ ਜਾ ਸਕਦਾ ਹੈ ਕਿ ਸਰਦਾਰ ਗੁਰਵਿੰਦਰ ਸਿੰਘ ਜੀ ਦੀ ਲਾਈਫ ਦੀ ਸਟਰੈਂਥ ਗੁਰਬਾਣੀ ਹੈ। ਹਾਂਜੀ, 1 to 100। ਯੈਸ, ਬਿਲਕੁਲ ਬਿਲਕੁਲ ਉਹੀ। ਉਹ ਕੋਈ ਖਾਸ ਗੁਰਬਾਣੀ ਦੇ ਕੋਈ ਸ਼ਬਦ ਜੋ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ? ਔਖੀ ਘੜੀ ਨਾ ਦੇਖਣ ਦੇਈ, ਕਦੀ ਔਖੀ ਘੜੀ ਦੇਖਣ ਨਹੀਂ ਦਿੰਦਾ, ਆਪਣਾ ਬਿਰਤ ਸੰਭਾਲੇ। ਉਹਦਾ ਸੁਭਾਅ ਵੀ ਇਸ ਤਰ੍ਹਾਂ ਦਾ ਹੈ। ਮੰਤਰ ਫॉर सक्सेस ਮੰਨ ਕੇ ਚੱਲੀਏ ਬਿਲਕੁਲ ਬਿਲकुल। हाथ दे राखे अपने को, फिर हाथ दे के रखता है। सांस सांस प्रतिपाले, एवरी सेकंड प्रतिपालना करता है ਤੁਹਾਡੀ। ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ। ਮੇਰਾ ਜਿਹੜਾ ਚਿੱਤ ਹੈ ਨਾ, ਉਹ ਵਾਹਿਗੁਰੂ ਨਾਲ ਲੱਗ ਰਿਹਾ ਹੈ। ਆਦਿ ਅੰਤ ਪ੍ਰਭ ਸਦਾ ਸਹਾਈ, ਤਨ ਹਮਾਰਾ ਮੀਤ। मेरे फ्रेंड वर्गा फ्रेंड ही नहीं है कोई। तन हमारा मीत, मेरा मीत जो है ना, मेरा फ्रेंड है, वो बड़ा ही वधिया है। लेकिन तुहाडी जिम्मेदारी है, प्रभ से लाग रहे हो मेरा चीत, यह तुहाडी जिम्मेदारी है। फिर उहदी जिम्मेदारी है आद अंत प्रभ सदा सहाई, तन हमारा मीत। फिर कहते ने मन बिलास पए साहिब के, अचरज देख बढ़ाई। मैं इन्ना अचरज ही चला जाना ਉਹਦੀ ਵਡਿਆਈਆਂ ਦੇਖ ਦੇ ਕੇ ਕਿ ਮੈਂ ਤੇ ਬਸ ਬੈਠ ਕੇ ਥੋੜਾ ਵਾਹਿਗੁਰੂ ਵਾਹਿਗੁਰੂ ਕਰਦਾ। ਕਿੱਡੀ ਵੱਡੀ ਅੱਗੋਂ ਬਖਸ਼ਿਸ਼ਾਂ ਕਰੀ ਜਾਂਦਾ ਹੈ। हर सिमर सिमर आनंद कर नानक, प्रभ पूरन पैज रखाई। हरि सिमर सिमर, बार बार कहते हैं हरि दा सिमरन करना है। सिमरन इज द सेंट्रल आइडिया। सिमरो सिमर सिमर सुख पावो, सुखमनी साहब। सो 3 वारी बोलिया, सिमरो सिमर
ਸਿਮਰ ਬਾਰ-ਬਾਰ ਗੁਰਬਾਣੀ ਇੱਕੋ ਚੀਜ਼ ਦੀ ਪ੍ਰੇਰਣਾ ਕਰਦੀ ਹੈ, ਸਿਮਰਨ ਸਿਮਰਨ ਸਿਮਰਨ। ਸੋ ਗੁਰਬਾਣੀ ਨਾਲ ਜੁੜੋ, ਗੁਰਬਾਣੀ ਨਾਲ ਫਿਰ ਉਹਨੂੰ ਪੜ੍ਹ ਕੇ ਉਹਦੇ ਅਰਥ ਨੂੰ ਸਮਝ ਕੇ ਉਹਨੂੰ ਜੀਵਨ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ। ਜਦੋਂ ਲਾਈਫ ਹੀ ਤੁਹਾਡੇ ਸਾਹਮਣੇ ਦੋ ਰਸਤੇ ਆਣ, ਇੱਕ ਰਸਤਾ ਤੁਹਾਡਾ ਮਨ ਲੈ ਜਾ ਰਿਹਾ, ਇੱਕ ਰਸਤਾ ਗੁਰਬਾਣੀ ਲੈ ਜਾ ਰਹੀ ਹੈ, ਤੇ ਬੜਾ ਗੁਰਬਾਣੀ important ਵਾਲੇ ਹੈ। ਨੂੰ ਚੂਜ਼ ਕਰੋ। ਓਕੇ, ਇੱਥੇ ਹਿੰਮਤ ਕਰੋ, ਇਹਨੂੰ ਕਹਿੰਦੇ ਨੇ ਸੰਯਮ। ਸੰਯਮ ਇਜ਼ ਚੂਜ਼ਿੰਗ ਦ ਰਾਈਟ ਪਾਥ। ਉਹ ਔਖਾ ਵੀ ਹੋ ਸਕਦਾ ਹੈ, ਉਹ ਮੁਸ਼ਕਿਲ ਵੀ ਹੋ ਸਕਦਾ ਹੈ, ਬਟ ਤੁਹਾਨੂੰ ਉਧਰ ਉਹੀ ਚੁਣਨਾ ਪਏਗਾ। ਫਿਰ ਇੰਨੀ ਹਿੰਮਤ ਰੱਖੋਗੇ ਤੇ ਫਿਰ ਉਹ ਵਾਹਿਗੁਰੂ ਤੁਹਾਨੂੰ ਫਿਰ ਨਿਕਾਲੇਗਾ ਸਾਰੀ ਚੀਜ਼ਾਂ ਤੋਂ। ਅਸੀਂ ਹਮੇਸ਼ਾ ਮਨ ਦੇ ਪਿੱਛੇ ਚੱਲਦੇ ਰਹਿੰਦੇ ਹਾਂ। ਮਨ ਹੀ ਹੈ ਸਭ ਤੋਂ ਵੱਡਾ ਦੁਸ਼ਮਣ ਇਨਸਾਨ ਦਾ। ਮਨ ਖੁਟਹਰ ਤੇਰਾ ਨਹੀਂ ਵਿਸਾਸ। ਖੋਤਾ ਹੈ, ਗੁਰਬਾਣੀ ਬਾਰ-ਬਾਰ ਯਾਦ ਕਰਾਉਂਦੇ ਨੇ ਕਿ ਖੋਤਾ ਕੀ ਹੁੰਦਾ ਨਾ, ਕਦੀ ਲੈਫਟ ਜਾਏਗਾ, ਕਦੀ ਰਾਈਟ ਜਾਏਗਾ, ਕਦੀ ਉਹ ਸਿੱਧਾ ਚੱਲਦਾ ਹੀ ਨਹੀਂ ਟਰੈਕ ਤੇ। ਓਕੇ। ਤੇ ਤੁਸੀਂ ਇੰਜੋਏ ਕਰਨ ਵਾਸਤੇ ਕੀ ਕਰਦੇ ਹੋ? ਤੁਹਾਡਾ ਇੰਜੋਏ ਕਰਨ ਦਾ ਕੀ ਤਰੀਕਾ ਹੈ? ਮੇਰਾ ਇੰਜੋਏ ਕਰਨ ਦਾ ਤਰੀਕਾ ਹੈ ਲਾਫਟਰ ਐਂਡ ਫੂਡ ਵਿਦ ਗੁੱਡ ਫਰੈਂਡਸ। ਵਧੀਆ ਦੋਸਤ ਜਿਹੜੇ ਹੈ, ਜਿਨ੍ਹਾਂ ਨਾਲ ਮਨ ਜੁੜਦਾ ਹੈ, ਉਹਨਾਂ ਦੇ ਨਾਲ ਵਧੀਆ ਖਾਣਾ ਔਰ ਫਿਰ ਖੂਬ ਜੋਕਸ ਕਰਨਾ, ਹੱਸਣਾ ਜ਼ੋਰ-ਜ਼ੋਰ ਦੀ। ਦੈਟਸ ਮਾਈ ਹੌਬੀ, ਅਲਟੀਮੇਟ ਲਗਜ਼ਰੀ। ट्रैवल करना अच्छा लगता है। ਓਕੇ। तो कभी 2-3 महीने से निकल गए इधर किधरे भी, थोड़ा जा पहाड़ा चले गए, थोड़ा पानी वाल चले गए, जिस तरह का मूड है, जिस तरह का वाहिगुरू हिम्मत दे। जोक्स कर लेना मैं 700-800 हज़ार एक टाइम पे बिना मोबाइल के। ਅੱਛਾ ਜੀ। ਚਲੋ ਇੱਕ ਜੋ ਸਾਡੇ ਨਾਲ ਸ਼ੇਅਰ ਕਰੋ, ਸਾਨੂੰ ਵੀ ਸੁਣਾਓ ਜੋ ਵਧੀਆ ਜਿਹਾ ਇੱਕ। जोक में पा दोगे ਇਹਦੇ ਵਿੱਚ? ਹਾਂ, ਕਿਉਂ? ਮੇਰਾ ਬੇਟਾ 5-6 ਸਾਲ ਦਾ ਹੋਇਆ ਤੇ ਅਸੀਂ ਉਹਨੂੰ ਕਿਹਾ, ਬੇਟਾ ਦੇਖ ਤੂੰ ਐਸੀ ਫੈਮਿਲੀ ਪੈਦਾ ਹੋਇਆ ਜਿੱਥੇ ਸਾਰੇ ਜੋਕ ਕਰਦੇ ਸੀ। ਮੇਰਾ ਦਾਦਾ ਵੀ ਜੋਕ ਕਰਦਾ ਸੀ, ਮੇਰਾ ਫਾਦਰ ਵੀ ਕਰਦਾ ਸੀ, ਮੈਂ ਵੀ ਕਰਦਾ ਨਾ। ਉਹ ਪਰੰਪਰਾ ਤੈਨੂੰ ਅੱਗੇ ਫੜਾਣੀ ਹੈ। ਛੋਟਾ ਜਿਹਾ ਬੱਚਾ 5-6 ਸਾਲ ਦਾ, ਤੇ ਅਸੀਂ ਉਹਨੂੰ ਪਹਿਲਾ ਜੋਕ ਸਿਖਾਇਆ। ਉਹਨੂੰ ਵਿਚਾਰੇ ਨੂੰ ਸਮਝ ਵੀ ਨਹੀਂ ਆਉਂਦਾ ਸੀ ਕਿ ਇਹਦੇ 'ਚ ਹੱਸਣ ਦੀ ਕੀ ਗੱਲ ਹੈ। ਕਹਿੰਦਾ ਸੀ, ਪਾਪਾ ਮੈਂ ਇਹ ਸੁਣਾਤਾ ਹੂੰ, ਤੂੰ ਹੱਸਤੇ क्यों है लोग। ਸੋ ਜੋਕ ਇਸ ਤਰ੍ਹਾਂ ਸੀ ਕਿ ਇੱਕ ਫਰੈਂਡ ਗਿਆ ਆਪਣੇ ਦੂਜੇ ਫਰੈਂਡ ਕੋਲ, ਉਹਨੂੰ ਕਹਿੰਦਾ, ਯਾਰ मेरे को अपनी वाइफ से बड़ा डर लगता है। कहता कुछ नहीं, डरने की ज़रूरत नहीं है, तू बस उसको डांट दिया कर जब वो कोई ऐसी वैसी बात करे। तो घर जाके अपनी वाइफ ਨੂੰ कहता आज से घर के सारे काम तू ही करेगी, कपड़े तू धोएगी, सारी सब्जी तू लेके आएगी, बच्चों को स्कूल तू छोड़ के आएगी, और सफाइयाँ भी तू ही करेगी घर की सारी। सुन रही है कि नहीं सुन रही? वो कहती सुन रही हूँ, पहले पलंग के नीचे से तो निकलो। So this was the first joke we taught our son, and ਉਹ ਸੁਣਾਉਂਦਾ ਸੀ ਅੱਗੇ ਫਿਰ ਕਿਸੇ ਨੂੰ ਯਾਦ ਕਰ ਕਰਕੇ। ਸੋ ਇਹ ਵੀ ਤੁਹਾਨੂੰ ਬੇਸਿਕ ਜਿਹਾ ਸੁਣਾਤਾ। ਹਾਂ, ਨਹੀਂ ਫਿਰ ਇੰਟਰਵਿਊ ਤੋਂ ਬਗੈਰ ਕਦੀ ਮਿਲੋਗੇ ਤੇ ਤੁਹਾਨੂੰ 500-400 ਹੋਰ ਸੁਣਾ ਦਾਂਗੇ। 500-400? Yes, I can ਪੱਕਾ go on telling jokes for 2 days. ਵਾਓ। ਅੱਛਾ, ਫਿਊਚਰ ਚ ਕੁਝ ਫਿਊਚਰ ਬਾਰੇ ਕੀ ਸੋਚਿਆ? ਫਿਊਚਰ ਗੋਲ ਕੁਝ ਕਿਵੇਂ ਹੁੰਦਾ? ਅੱਜ ਤੋਂ 5 ਸਾਲ ਬਾਅਦ ਮੈਂ ਇੱਥੇ ਪਹੁੰਚਣਾ ਚਾਹੁੰਦਾ, ਜਾਂ ਅੱਜ ਤੋਂ 10 ਸਾਲ ਬਾਅਦ ਮੈਂ ਇੱਥੇ ਪਹੁੰਚਣਾ ਚਾਹੁੰਦਾ। ਇਹ ਜਿਹੜੀ ਹੁਣ ਮੈਂ 3 ਕੰਪਨੀਆਂ ਬਣਾਈਆਂ ਨੇ ਨਾ, 4 ਫੂਡ ਵਾਲੀ ਵੀ ਹੈ। ਹਾਂਜੀ। broadly speaking if you ask me today, ਤੇ ਉਧਰ ਹੀ ਹੈ ਫੋਕਸ। ਬਸ ਹੁਣ ਮੇਰਾ ਬ੍ਰਦਰ ਔਰ ਮੇਰਾ ਡਿਸੀਜਨ ਹੋਇਆ ਕਿ ਹੁਣ ਨਵਾਂ ਕੁਝ ਇਨੀਸ਼ੀਏਟ ਨਹੀਂ ਕਰਾਂਗੇ, ਇਹਨਾਂ ਨੂੰ ਹੀ ਨਰਚਰ ਕਰਾਂਗੇ ਅਸੀਂ। ਤੇ ਕਿੱਥੇ ਦੇਖਦੇ ਹੋ ਮਤਲਬ ਆਪਣੇ ਆਪ ਨੂੰ 10 ਸਾਲ ਬਾਅਦ? ਪਤਾ ਨਹੀਂ, ਵਾਹਿਗੁਰੂ ਨੂੰ ਪਤਾ। ਮੈਂ ਬਹੁਤ ਦੂਰ ਤੱਕ ਦੇਖ ਨਹੀਂ ਪਾਉਂਦਾ, ਨਾ ਹੀ ਦੇਖਣਾ ਚਾਹੁੰਦਾ, ਕਿਉਂਕਿ ਲਾਈਫ ਇਜ਼ ਅਨਸਰਟਨ। ਸੋ ਮੋਟਾ ਇਹ ਹੈ ਕਿ ਵੀ ਇਹਨਾਂ ਨੂੰ ਹੀ ਅਸੀਂ ਸਿੰਚਦੇ ਚਲੇ ਜਾਵਾਂਗੇ, ਇਹਨਾਂ ਨੂੰ ਹੀ ਨਰਚਰ ਕਰਾਂਗੇ। ਲਾਈਫ ਸਟਾਈਲ ਦੇ ਅੰਦਰ ਵੀ ਨਵੇਂ ਪ੍ਰੋਡਕਟ ਅਸੀਂ ਬਾਹਰੋਂ ਲਿਆਉਂਦੇ ਹਾਂ, IT ਦੇ ਅੰਦਰ ਨਵੀਂ ਸਰਵਿਸਿਜ਼ ਜੋੜਦੇ ਹਾਂ, ਐਵੀਏਸ਼ਨ ਦੇ ਅੰਦਰ ਮੈਂ ਤੁਹਾਨੂੰ ਦੱਸਿਆ ਇੱਕ ਛੋਟੀ ਜਿਹੀ ਡਿਵੈਲਪਮੈਂਟ ਹੈ, ਉਹਦੇ ਅੰਦਰ ਦੇਖਦੇ ਹਾਂ ਜੀ। ਸੋ ਥੋੜ੍ਹਾ ਜਿਹਾ ਅਸੀਂ ਆਪਣੀ ਤਰਫੋਂ ਕੋਈ ਕਰਦੇ ਹਾਂ ਕੰਮ, ਥੋੜ੍ਹਾ ਵਾਹਿਗੁਰੂ 'ਤੇ ਛੱਡਦੇ ਹਾਂ, ਉਹ ਰਸਤੇ ਦਿਖਾਉਂਦਾ ਹੈ ਅੱਗੇ। ਫਿਰ ਕੋਈ ਨਾ ਕੋਈ ਦੇਖਦੇ ਹਾਂ। ਇਹ ਗਲੋਬਲ ਕਨੈਕਟਸ ਵਾਲਾ ਹੈ। ਸੋ ਜਿੱਧਰੋਂ ਥੋੜ੍ਹੀ ਜਿਹੀ ਜ਼ਿਆਦਾ ਰੋਸ਼ਨੀ ਆਏਗੀ ਉਧਰ ਜ਼ਿਆਦਾ એનર્ਜੀ ਲਗਾ ਕੇ, ਔਰ ਇਹ ਤਿੰਨੋਂ ਚਾਰਾਂ ਨੂੰ ਅਸੀਂ ਬਰਾਬਰ ਚਲਾਉਂਦੇ ਰਹਾਂਗੇ। ਇਸ ਤਰ੍ਹਾਂ ਦਾ ਹੀ ਪਲਾਨ ਕੀਤਾ। ਹੋਰ ਸ਼ਾਇਦ ਨਵਾਂ ਕੁਝ ਇਨੀਸ਼ੀਏਟ ਨਹੀਂ ਕਰਾਂਗੇ, ਅੱਜ ਤੱਕ ਦੀ ਤਾਂ ਇਹੀ ਪਲੈਨਿੰਗ ਹੈ। ਚਲੋ, ਬਾਕੀ ਕੁਝ ਵੀ ਬਦਲਣੇ ਵਾਸਤੇ ਕੁਝ ਵੀ ਹੋ ਸਕਦਾ ਹੈ। ਤੇ ਮੈਂ ਵੈਸੇ ਨਾ ਪੁੱਛਣਾ ਚਾਹ ਰਹੀ ਸੀ, ਗੁਰਵਿੰਦਰ ਜੀ ਦਾ ਸਕਸੈਸ ਮੰਤਰਾ ਕੀ ਹੈ? ਪਰ ਮੈਨੂੰ ਲੱਗਦਾ ਮੈਨੂੰ ਉਹਦਾ ਜਵਾਬ ਮਿਲ ਗਿਆ ਕਿ ਗੁਰਵਿੰਦਰ ਜੀ ਦਾ ਸਕਸੈਸ ਮੰਤਰਾ ਇੱਕੋ ਹੀ ਹੈ, ਵਾਹਿਗੁਰੂ। ਸਹੀ ਹੈ? ਮੈਂ ਬਿਲਕੁਲ ਠੀਕ ਹੈ, ਸਭ ਦਾ ਹੀ ਹੈ। ਕੋਈ ਕਹਿੰਦਾ ਕੋਈ ਹੋਰ ਹੈ ਤੇ ਉਹ ਗਲਤ ਕਹਿ ਰਿਹਾ ਹੈ। ਇੱਕੋ ਹੀ ਸੋਰਸ ਹੈ, ਸਭ ਦਾ ਇੱਕੋ ਸੋਰਸ ਹੈ, ਉਧਰੋਂ ਹੀ ਆਉਂਦਾ। ਤੇ ਕਿਵੇਂ ਫੋਲੋ ਕਰਨਾ ਚਾਹੀਦਾ ਹੈ? ਸਾਨੂੰ ਦੱਸ ਦਿਓ ਜਰਾ, ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਹੈ, ਮੈਨੂੰ ਵੀ। ਲੌਂਗ ਹੈ ਦਾ ਆਪਣੀ ਜਰਨੀ ਹੈ ਸਾਰੀ। ਜਿੱਥੇ ਵੀ ਤੁਸੀਂ ਹੋ ਅੱਜ,
ਬਸ ਗੁਰਬਾਣੀ ਨਾਲ ਜੁੜੋ, ਬਾਰ-ਬਾਰ ਇੱਕੋ ਹੀ ਗੱਲ ਹੈ। ਸਭ ਨੂੰ ਆਪਣਾ ਆਪਣਾ ਦੇਖਣਾ ਪਏਗਾ ਕਿ ਕਿਹੜਾ ਫਾਰਮੂਲਾ ਤੁਹਾਨੂੰ ਸੂਟ ਕਰਦਾ ਹੈ, ਅਲੱਗ-ਅਲੱਗ ਬੀਇੰਗ ਦੇ ਹਿਸਾਬ ਨਾਲ। ਫੋਰ ਐਗਜ਼ਾਮਪਲ ਤੁਸੀਂ ਬੰਗਲਾ ਸਾਹਿਬ ਗੁਰਦੁਆਰੇ ਚਲੇ ਜਾਓ, ਹੁਣ ਕੋਈ ਆਦਮੀ ਜੋੜਿਆਂ ਦੀ ਸੇਵਾ ਕਰਦਾ 1 ਘੰਟਾ, ਜੀ ਉਹਦੇ ਅੰਦਰ ਹੀ ਉਹਨੂੰ ਇੰਨਾ ਮਜ਼ਾ ਆਉਂਦਾ ਹੈ, ਯਾ ਇੰਨੀ ਖੁਸ਼ੀ ਬਿਲਕੁਲ। ਮਿਲਦੀ ਹੈ। ਕੋਈ ਲੰਗਰ ਦੀ ਸੇਵਾ ਤੇ ਮਿਲਦੀ ਹੈ, ਕੋਈ ਅੰਮ੍ਰਿਤ ਦੀ ਸੇਵਾ ਕਰ ਲੈਂਦਾ, ਕੋਈ ਕਹਿੰਦਾ ਕਿ ਜਿੰਨੀ ਮੈਨੂੰ ਆਪਣੇ ਫਾਦਰ ਮਦਰ ਦੀ ਸੇਵਾ ਕਰਕੇ ਹੀ ਗੁਰਦੁਆਰੇ ਜਾਣ ਦੇ ਬਰਾਬਰ ਮਿਲ ਜਾਂਦਾ ਹੈ, ਕੋਈ NGO ਚਲਾ ਰਿਹਾ ਹੈ, ਕੋਈ ਸੋ ਬੇਸਿਕਲੀ ਤੁਸੀਂ ਕਿਸੇ ਵੀ ਤਰੀਕੇ ਨਾਲ ਗੁਰਬਾਣੀ ਨਾਲ ਜੁੜੋ। ਬਹੁਤ ਬਹੁਤ ਧੰਨਵਾਦ ਗੁਰਵਿੰਦਰ ਜੀ ਤੁਹਾਡਾ, ਤੁਸੀਂ ਆਪਣੇ ਇੰਨੇ ਬਿਜ਼ੀ ਸ਼ੈਡਿਊਲ 'ਚੋਂ ਸਾਡੇ ਵਾਸਤੇ ਟਾਈਮ ਕੱਢਿਆ ਔਰ ਬਹੁਤ ਕੁਝ ਸ਼ੇਅਰ ਕੀਤਾ ਸਾਡੇ ਨਾਲ। ਸਾਨੂੰ ਵੀ ਬੜਾ ਅੱਛਾ ਲੱਗਿਆ ਤੁਹਾਡੀ ਲਾਈਫ ਐਕਸਪੀਰੀਐਂਸਿਸ ਨੂੰ ਸੁਣ ਕੇ। ਉਹ ਮੈਨੂੰ ਲੱਗਦਾ ਜੋ ਹੋਰ ਵੀ ਬਹੁਤ ਸਾਰੇ ਲੋਕ ਸੁਣਨਗੇ, ਬਹੁਤ ਕੁਝ ਸਿੱਖਣਗੇ ਤੁਹਾਡੀ ਲਾਈਫ ਜਰਨੀ ਤੋਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਠੀਕ ਹੈ, ਸਤਿ ਸ਼੍ਰੀ ਅਕਾਲ, ਥੈਂਕ ਯੂ। ਮਾਈ ਬੈਸਟ ਵਿਸ਼ੇਸ ਟੂ ਗਲੋਬਲ ਮਿਡਾਸ ਫਾਊਂਡੇਸ਼ਨ, ਸਰਦਾਰ ਇੰਦਰਪ੍ਰੀਤ ਸਿੰਘ ਜੀ ਔਰ ਉਹਨਾਂ ਦੀ ਟੀਮ, ਥੈਂਕ ਯੂ ਵੈਰੀ ਮਚ। ਤੁਸੀਂ ਆਏ ਹੋ, ਬਹੁਤ ਹੀ ਅੱਛਾ ਉਪਰਾਲਾ ਹੈ ਤੁਹਾਡਾ, ਜਿਹੜਾ ਮੈਂ ਤੁਹਾਡੇ ਕੋਲੋਂ ਸਮਝ ਰਿਹਾ ਸਾਰਾ ਤੁਸੀਂ ਕਰ ਰਹੇ ਹੋ ਬੱਚਿਆਂ ਵਾਲਾ ਕੀਰਤਨ ਦਾ ਪ੍ਰੋਗਰਾਮ। ਸੋ ਆਈ ਵਿਸ਼ ਯੂ ਆਲ ਦਾ ਬੈਸਟ। ਐਂਡ ਰਾਦਰ ਮੇਰੀ ਤਰਫੋਂ ਇੱਕ ਛੋਟਾ ਜਿਹਾ ਕਮਿਟਮੈਂਟ ਵੀ ਹੈ ਕਿ ਮੈਂ ਆਈ ਵਿਲ ਆਲਸੋ ਟਰਾਈ ਐਂਡ ਐਡ ਵੈਲਿਊ ਜਿੱਥੇ ਵੀ ਮੈਂ ਕਰ ਸਕਾਂਗਾ। ਮੈਂ ਹੁਣੇ ਸਮਝ ਲੈਣਾ ਸਾਰੀ ਗੱਲ, ਸੋ ਵਿਲ ਬੀ ਇਨ ਟੱਚ। ਜਿੱਥੇ ਵੀ ਹੋਏਗਾ ਅਸੀਂ ਕਿਸੇ ਵੀ ਤਰੀਕੇ ਦਾ ਕੋਈ ਅਗਰ ਵੈਲਿਊ ਐਡ ਕਰ ਸਕਦੇ ਹਾਂ ਤਾਂ ਅਸੀਂ ਕਰਾਂਗੇ। ਸੋ ਤੁਹਾਡੇ ਕੰਮ ਬਹੁਤ ਹੀ ਸਰਾਹਨਾਯੋਗ ਹੈ। ਸੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਥੈਂਕ ਯੂ।